जाते धर्म तसक जाते, बारनंग रख जाते सहत विधान की। देवी देव देह रे संतोख सिंह दूर होते, रीत मिट जाती कथा बेदन पुराण की। श्री गुरु गोबिंद सिंह पावन परम सूर, मूरत न होती जो पै करुणा निधान की। एक अंकार सतगुरु ते प्रसाद सच होए, वाहिगुरु जी की फतेह है विघ्न विनाशन सोए। श्री वाहिगुरु जी की फतेह है विघ्न विनाशन सोए। समीप पिंजरे सारे, कथन न करे कर न विचारे। वाहिगुरु जी का खालसा, वाहिगुरु जी की फतेह। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ, ਆਪ ਸੰਗਤ ਨੇ ਸਤਿਗੁਰਾਂ ਦੀ ਇਲਾਹੀ ਅਗੰਮੀ ਬਾਣੀ ਦੇ ਕੀਰਤਨ ਦੀਆਂ ਧੁਨਾਂ, ਗੁਰਬਾਣੀ ਦੇ ਸ਼ਬਦ ਸਰਵਣ ਕੀਤੇ। ਇਸ ਵੇਲੇ ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਦੇ ਜੀਵਨ ਦੀ ਕਥਾ ਵਿਚਾਰ ਸਰਵਣ ਕਰਦੇ ਹਾਂ। ਪਿਛਲੇ ਦੀਵਾਨ ਦੇ ਵਿੱਚ ਸਰਵਣ ਕੀਤਾ ਹੈ, ਸਤਿਗੁਰੂ ਜੀ ਨੂੰ ਜਿਸ ਪਿੰਜਰੇ ਦੇ ਵਿੱਚ ਕੈਦ ਕੀਤਾ ਗਿਆ, ਉਸ ਪਿੰਜਰੇ ਵਿੱਚੋਂ ਮਹਾਰਾਜ ਦੀ ਜਾਨ ਬੁੱਝ ਕੇ ਅਲੋਪ ਹੋ ਗਏ। ਅਬਦੁਲ ਖਾਨ ਨਾਮ ਦਾ ਦਰੋਗਾ ਤੇ ਇਹਦੇ ਜੋ ਸਿਪਾਹੀ ਨੇ, ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਜੇ ਸਤਿਗੁਰੂ ਨਾ ਆਏ ਤੇ ਬਾਦਸ਼ਾਹ ਨੇ ਸਾਨੂੰ ਕਤਲ ਕਰ ਦੇਣਾ ਔਰ ਸਾਡੇ ਪਰਿਵਾਰਾਂ ਨੂੰ ਵੀ ਉਸਨੇ ਬਖਸ਼ਣਾ ਨਹੀਂ ਹੈ। ਪਹਿਲਾਂ ਤੇ ਇਹ ਵਿਚਾਰ ਬਣੀ ਵੀ ਆਪਾਂ ਸਾਰੇ ਜਾਣੇ ਰਾਤੋਂ ਰਾਤ ਦੌੜ ਜਾਈਏ, ਭੱਜ ਜਾਈਏ, ਕਿਤੇ ਜੰਗਲ ਵਿੱਚ ਜਾ ਕੇ ਲੁਕ ਜਾਈਏ। ਫਿਰ ਸੋਚਿਆ ਬਾਦਸ਼ਾਹ ਛੱਡੇਗਾ ਨਹੀਂ, ਹੁਣ ਕੀ ਕਰਨਾ ਚਾਹੀਦਾ? ਸਾਰੇ ਜਾਣੇ ਜਾ ਕੇ ਮਹਾਰਾਜ ਦਾ ਸਿਮਰਨ ਕਰੀਏ, ਸਿਮਰਨ ਕਰਾਂਗੇ, ਯਾਦ ਕਰਾਂਗੇ, ਸਤਿਗੁਰੂ ਸਾਡੀ ਲਾਜ ਰੱਖਣਗੇ। ਇਹ ਇਤਿਹਾਸ ਆਪਾਂ ਕੱਲ੍ਹ ਸਰਵਣ ਕੀਤਾ ਹੈ, ਕਿਵੇਂ ਮਹਾਰਾਜ ਨੂੰ ਯਾਦ ਕਰਦੇ ਤੇ ਕਿਵੇਂ ਇਹਨਾਂ ਨੂੰ ਜੀਵਨ ਦਾਨ ਪ੍ਰਾਪਤ ਹੁੰਦਾ ਹੈ। ਇਹ ਬਚਨ ਆਪਾਂ ਅੱਜ ਸਰਵਣ ਕਰਾਂਗੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਸ ਪਿੰਜਰੇ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਨੂੰ ਕੈਦ ਕੀਤਾ ਗਿਆ, ਇਸ ਵੇਲੇ ਉਸ ਪਿੰਜਰੇ ਦੇ ਵਿੱਚ ਸਤਿਗੁਰੂ ਤੇ ਨਹੀਂ, ਪਰ ਅਬਦੁਲ ਖਾਨ ਦੇ ਸਮੇਤ ਜਿੰਨੇ ਸਿਪਾਹੀ ਉਸ ਵੇਲੇ ਨੌਕਰੀ ਤੇ ਸਨ, ਸਾਰੇ ਦੇ ਸਾਰੇ ਉਸ ਪਿੰਜਰੇ ਦੇ ਕੋਲ ਚਲੇ ਗਏ। ਕੋਲ ਜਾ ਕੇ ਪਿੰਜਰੇ ਤੇ ਬੈਠ ਗਏ। ਸਾਰੇ ਬੈਠੇ ਹਨ, ਇੱਕ ਦੂਜੇ ਨਾਲ ਗੱਲਾਂ ਕਰਦੇ, ਕਹਿਣ ਲੱਗੇ ਵੀ ਨੌਕਰੀ ਕਰਨੀ ਬੜੀ ਔਖੀ ਹੈ, ਨੌਕਰੀ ਦੇ ਵਿੱਚ ਜਾਨ ਜੋਖਮ ਵਿੱਚ ਪਾਉਣੀ ਪੈਂਦੀ ਹੈ। ਬਾਦਸ਼ਾਹ ਦੇ ਨੌਕਰ ਤੇ ਬਣ ਗਏ, ਪਰ ਹੁਣ ਜਾਨ ਦੀ ਮੁਸੀਬਤ ਬਣ ਗਈ ਹੈ। ਸਤਿਗੁਰੂ ਨਹੀਂ ਆਉਂਦੇ ਤੇ ਬਾਦਸ਼ਾਹ ਕਤਲ ਕਰਦਾ, ਪਰਿਵਾਰਾਂ ਦੇ ਸਮੇਤ ਮਾਰ ਦੇਵੇਗਾ। ਤੇ ਜੇ ਸਤਿਗੁਰੂ ਆ ਜਾਂਦੇ ਤੇ ਇਹ ਵੀ ਪਾਪ ਸਾਡੇ ਸਿਰ ਤੇ ਲੱਗਣਾ। ਨੌਕਰੀ ਕਰਨੀ ਬੜੀ ਔਖੀ ਹੈ, ਜਿਹੜਾ ਵੀ ਮਾਲਕ ਦਾ ਹੁਕਮ ਹੋਵੇ ਵਜਾਉਣਾ ਪੈਂਦਾ, ਉਹ ਮੰਨਣਾ ਪੈਂਦਾ ਹੈ। ਅਸੀਂ ਤੇ ਬੜੀ ਭਾਰੀ ਮੁਸੀਬਤ ਵਿੱਚ ਫਸ ਗਏ ਹਾਂ। ਅਰਨੋਦੈ ਹੋਵਾ ਕਹਿਣ ਲੱਗੇ ਵੀ ਇਸ ਤਰ੍ਹਾਂ ਨਾ ਪਿੰਜਰੇ ਨੂੰ ਵੇਖਦੇ ਆ, ਮਹਾਰਾਜ ਦੇ ਪਿੰਜਰੇ ਦੇ ਕੋਲ ਬੈਠੇ, ਲੋਹੇ ਦਾ ਪਿੰਜਰਾ, ਸਤਿਗੁਰਾਂ ਨੂੰ ਯਾਦ ਕਰਦਿਆਂ ਕਰਦਿਆਂ ਕਹਿੰਦੇ ਇੰਨੇ ਚਿਰ ਨੂੰ ਦਿਨ ਚੜ੍ਹ ਗਿਆ, ਸੂਰਜ ਦਾ ਚੜ੍ਹਾਅ ਹੋਇਆ, ਸੂਰਜ ਦੀ ਲਾਲੀ ਰੋਸ਼ਨੀ ਜਿਹੜੀ ਹੈ ਧਰਤੀ ਤੇ ਪਈ ਹੈ, ਸੂਰਜ ਦੇ ਚੜ੍ਹਨ ਦਾ ਸਮਾਂ ਹੋਇਆ ਹੈ। ਕੀ ਦੇਖਦੇ? ਇਧਰੋਂ ਸੂਰਜ ਦਾ ਪ੍ਰਕਾਸ਼ ਧਰਤੀ ਤੇ ਪਿਆ, ਉਧਰ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ, ਜਿਨ੍ਹਾਂ ਨੂੰ ਰਾਤ ਦਾ ਹੀ ਇਹ ਸਿਪਾਹੀ ਯਾਦ ਕਰਦੇ ਪਏ।
ਅਚਾਨਕ ਹੀ ਮਹਾਰਾਜ ਸਾਹਿਬ ਜੀ ਉਸ ਵੇਲੇ ਪਿੰਜਰੇ ਦੇ ਵਿੱਚ ਇਹਨਾਂ ਨੂੰ ਦਿਖਾਈ ਦੇਣ ਲੱਗ ਪਏ। ਸਤਿਗੁਰਾਂ ਨੂੰ ਯਾਦ ਕਰਦੇ ਰਹਿਣਾ, ਮਹਾਰਾਜ ਅਸੀਂ ਮਾਰੇ ਜਾਵਾਂਗੇ, ਪਰਿਵਾਰ ਵੀ ਮਾਰਿਆ ਜਾਵੇਗਾ, ਆਪ ਜੀ ਕਿਰਪਾ ਕਰਕੇ ਸਾਡੀ ਜਾਨ ਮਾਲ ਦੀ ਰਾਖੀ ਕਰੋ। ਜਦੋਂ ਇਹਨਾਂ ਨੇ ਸਿਮਰਿਆ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਦਾ ਨਾਮ, ਉਸ ਪਿੰਜਰੇ ਵਿੱਚ ਮਹਾਰਾਜ ਜੀਆਂ ਨੂੰ ਫਿਰ ਇਹਨਾਂ ਨੂੰ ਬੈਠਿਆਂ ਮਹਾਰਾਜ ਨੇ ਦਰਸ਼ਨ ਦਿੱਤੇ ਹਨ। ਜਿਵੇਂ ਪਹਿਲਾਂ ਮਹਾਰਾਜ ਪਿੰਜਰੇ ਦੇ ਵਿੱਚ ਸਨ, ਉਸੇ ਤਰ੍ਹਾਂ ਹੁਣ ਇਹਨਾਂ ਨੂੰ ਪਿੰਜਰੇ ਦੇ ਵਿੱਚ ਦਿਖਾਈ ਦਿੰਦੇ ਹਨ। ਕਿਰਪਾ ਦੇ ਖਜ਼ਾਨੇ ਮਹਾਰਾਜ ਬੜੇ ਸੁਖ ਦੇ ਨਾਲ, ਜਿਹੜੇ ਸਾਰਿਆਂ ਨੂੰ ਸੁਖ ਦੇਣ ਵਾਲੇ, ਜਿਨ੍ਹਾਂ ਦਾ ਨਾਮ ਲੈ ਕੇ ਸੁਖ ਮਿਲ ਜਾਂਦਾ ਹੈ, ਜਿਨ੍ਹਾਂ ਦੇ ਨਾਮ ਲੈ ਕੇ ਪਦਾਰਥ ਮਿਲ ਜਾਂਦੇ ਨੇ। ਤੇਗ ਬਹਾਦਰ ਸਿਮਰਿਆ ਘਰ 9 ਨਿਧ ਆਵੈ ਧਾਏ, 9 ਨਿਧੀਆਂ ਦੁਨੀਆ ਦੇ तमाम ਪਦਾਰਥ ਦੌੜ ਦੌੜ ਕੇ ਉਸ ਦੇ ਕੋਲ ਆ ਜਾਂਦੇ। ਜਿਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਿਮਰਨ ਕੀਤਾ ਹੈ, ਐਸੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਦੇ ਘਰ ਪਿੰਜਰੇ ਦੇ ਵਿੱਚ ਬੈਠੇ ਹੋਏ ਇਹਨਾਂ ਨੂੰ ਦਿਖਾਈ ਦਿੰਦੇ ਹਨ। ਸਤਿਗੁਰਾਂ ਦਾ ਮੁਖਾਰ ਬਿੰਦ ਚੜ੍ਹਦੇ ਸੂਰਜ ਦੇ ਵਾਂਗ ਖਿੜਿਆ ਹੋਇਆ ਇਹਨਾਂ ਨੇ ਉਸ ਵੇਲੇ ਤੱਕਿਆ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਮੁਖ ਕਮਲ ਦੇ ਵਾਂਗ, ਜਿਵੇਂ ਕਮਲ ਦਾ ਫੁੱਲ ਸੂਰਜ ਨੂੰ ਵੇਖ ਕੇ ਖਿੜ ਜਾਂਦਾ, ਉਹਦੀਆਂ ਪੱਤੀਆਂ ਬੜੀਆਂ ਸੋਹਣੀਆਂ ਲੱਗਦੀਆਂ, ਪੰਖੜੀਆਂ ਬੜੀਆਂ ਸੋਹਣੀਆਂ ਲੱਗਦੀਆਂ। ਮਹਾਰਾਜ ਸਾਹਿਬ ਜੀਆਂ ਦਾ ਮੁਖ ਇਸੇ ਤਰ੍ਹਾਂ ਖਿੜਿਆ ਹੋਇਆ ਤੇ ਮਹਾਰਾਜ ਬੈਠੇ ਹੋਏ ਹਨ। ਇਹ ਜਿੰਨੇ ਬੈਠੇ ਸਨ ਅਬਦੁਲ ਖਾਨ ਦੇ ਸਮੇਤ ਸਾਰੇ ਆਖਦੇ ਧੰਨ ਹਨ ਗੁਰੂ ਤੇਗ ਬਹਾਦਰ ਪਾਤਸ਼ਾਹ, ਧੰਨ ਹਨ ਗੁਰੂ ਤੇਗ ਬਹਾਦਰ ਪਾਤਸ਼ਾਹ। ਕਾਰਨ ਇਹ ਹੈ ਜਿਨ੍ਹਾਂ ਦੇ ਕੋਲ ਇੰਨੀ ਸਮਰੱਥਾ ਹੈ ਵੀ ਜਦੋਂ ਚਾਹੁਣ ਉਹ ਜਾ ਸਕਦੇ ਨੇ, ਫਿਰ ਵੀ ਬਾਦਸ਼ਾਹ ਦੀ ਇਸ ਕੈਦ ਵਿੱਚ ਆਪੇ ਆ ਕੇ ਬੈਠ ਕੇ ਆਪ ਹੀ ਇੰਨਾ ਦੁੱਖ ਤੇ ਕਸ਼ਟ ਆਪਣੇ ਸਰੀਰ ਤੇ ਸਹਾਰਦੇ ਪਏ। ਐਸੇ ਸਤਿਗੁਰੂ ਧੰਨ ਹਨ। ਇਹਨਾਂ ਸਾਰੇ ਸਿਪਾਹੀਆਂ ਨੇ ਸਮੇਤ ਅਬਦੁਲ ਖਾਨ ਦੇ ਦਰੋਗੇ ਦੇ ਸਮੇਤ ਸਾਰਿਆਂ ਨੇ ਹੱਥ ਜੋੜ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਉਸ ਵੇਲੇ ਨਮਸਕਾਰਾਂ ਕੀਤੀਆਂ ਹਨ। ਹੁਣ ਬੜੇ ਖੁਸ਼ ਨੇ, ਕਹਿਣ ਲੱਗੇ ਵੀ ਹੁਣ ਸਾਡੀ ਨੌਕਰੀ ਨੂੰ ਵੀ ਕੋਈ ਖਤਰਾ ਨਹੀਂ, ਹੁਣ ਸਾਡੀ ਜਾਨ ਨੂੰ ਵੀ ਕੋਈ ਖਤਰਾ ਨਹੀਂ, ਹੁਣ ਸਾਡੇ ਪਰਿਵਾਰ ਨੂੰ ਵੀ ਕੋਈ ਖਤਰਾ ਨਹੀਂ ਹੈ। ਸਾਡੀ ਜਾਨ ਵੀ ਬਚ ਗਈ, ਨੌਕਰੀ ਵੀ ਬਚ ਗਈ, ਪਰਿਵਾਰ ਵੀ ਬਚ ਗਿਆ। ਬੜੇ ਖੁਸ਼ ਹੋ ਕੇ ਇੰਨੇ ਚਿਰ ਨੂੰ ਇਹਨਾਂ ਦੀ ਡਿਊਟੀ ਖਤਮ ਹੋਣ ਦਾ ਸਮਾਂ ਹੋ ਗਿਆ। ਅਗਲੀ ਡਿਊਟੀ ਵਾਲੇ ਨਵੇਂ ਸਿਪਾਹੀ ਜਿਹੜੇ ਨੇ ਉਹ ਆਪੋ ਆਪਣੀਆਂ ਡਿਊਟੀਆਂ ਤੇ ਤਾਇਨਾਤ ਹੋ ਗਏ। ਇਹ ਆਪਣੀ ਜ਼ਿੰਮੇਵਾਰੀ ਉਹਨਾਂ ਨੂੰ ਦੇ ਕੇ ਬੜੀ ਖੁਸ਼ੀ ਆਪਣੇ ਘਰ ਨੂੰ ਚਲੇ ਗਏ ਹਨ। ਉਸ ਵੇਲੇ ਜਿਹੜਾ ਜਮਾਦਾਰ ਹੈ ਨਾ ਅਬਦੁਲ ਖਾਨ, ਉਹ ਬੜਾ ਗਰੀਬ ਹੋ ਕੇ ਨਾ, ਬੜੀ ਨਿਮਰਤਾ, ਬੜਾ ਪਿਆਰ ਆ ਗਿਆ ਉਹਦੇ ਮਨ ਵਿੱਚ। ਬੜੀ ਨਿਮਰਤਾ ਦੇ ਨਾਲ ਮਹਾਰਾਜ ਨੂੰ ਕਹਿਣ ਲੱਗਾ ਹੈ, ਸਤਿਗੁਰੂ ਪਾਤਸ਼ਾਹ ਜੀਓ, ਇਸ ਧਰਤੀ ਦੇ ਉੱਪਰ ਆਪ ਜੀ ਦੀ ਮਹਾਨ ਮਹਿਮਾ ਹੈ। ਸਾਡੀ ਜ਼ੁਬਾਨ ਤੁਹਾਡੀ ਮਹਿਮਾ ਦਾ ਵਰਣਨ ਨਹੀਂ ਕਰ ਸਕਦੀ। ਆਪ ਜੀ ਮਹਾਨ ਮਹਿਮਾ ਦੇ ਮਾਲਕ ਹੋ। ਇਹ ਮੇਰੇ ਮਨ ਵਿੱਚ ਨਿਸ਼ਚਾ ਆ ਗਿਆ। ਪਹਿਲਾਂ ਤੇ ਮੈਂ ਤੁਹਾਨੂੰ ਇੱਕ ਕੈਦੀ ਸਮਝਦਾ ਸੀ ਵੀ ਆਪ ਜੀ ਸਰਕਾਰ ਦਾ ਵਿਰੋਧ ਕਰਦੇ ਹੋ ਤੇ ਰਾਜਸੀ ਕੈਦੀ ਹੋ, ਪਰ ਅੱਜ ਮੈਂ ਤੁਹਾਡੀ ਮਹਿਮਾ ਜਾਣ ਲਈ ਹੈ, ਅੱਜ ਮੈਂ ਤੁਹਾਡੀ ਵਡਿਆਈ ਨੂੰ ਵੇਖ ਲਿਆ। ਇਸ ਕਰਕੇ ਹੁਣ ਮੈਨੂੰ ਤੁਹਾਡੇ ਤੇ ਨਿਸ਼ਚਾ ਆ ਗਿਆ, ਮੈਨੂੰ ਭਰੋਸਾ ਆ ਗਿਆ ਹੈ। ਸਤਿਗੁਰੂ ਪਾਤਸ਼ਾਹ ਜੀਓ, ਆਪ ਜੀ ਲੋਕ ਤੇ ਪਰਲੋਕ ਦੇ ਵਿੱਚ ਸੁਖ ਦੇਣ ਵਾਲੇ ਹੋ। ਮੈਨੂੰ ਇਹ ਸਮਝ ਪੈ ਗਈ ਹੈ, ਜੇ ਮੈਂ ਆਪ ਜੀ ਦੀ ਸ਼ਰਨ ਵਿੱਚ ਪੈ ਜਾਵਾਂ, ਇਸ ਲੋਕ ਦੇ ਵਿੱਚ ਵੀ ਆਪ ਜੀ ਨੇ ਸੁਖ ਦਿੱਤੇ ਨੇ, ਮੈਨੂੰ ਔਰੰਗਜ਼ੇਬ ਦੇ ਕੋਲੋਂ ਮਰਨ ਨਹੀਂ ਦਿੱਤਾ, ਅਤੇ ਪਰਲੋਕ ਦੇ ਵਿੱਚ ਵੀ ਆਪ ਜੀ ਸੁਖ ਦੇਣ ਵਾਲੇ ਹੋ। ਮੇਰੇ ਵੱਡੇ ਭਾਗ ਜਾਗੇ ਜੋ ਮੈਨੂੰ ਤੁਹਾਡੇ ਦਰਸ਼ਨ ਪ੍ਰਾਪਤ ਹੋ ਗਏ। ਭਾਵੇਂ ਤੁਸੀਂ ਕਿਸੇ ਬਹਾਨੇ ਹੀ ਆਏ ਹੋ, ਪਰ ਫਿਰ ਵੀ ਮੈਨੂੰ ਇੱਥੇ ਦਿੱਲੀ ਬੈਠਿਆਂ ਨੌਕਰੀ ਕਰਦਿਆਂ ਆ ਕੇ ਤੁਸੀਂ ਦਰਸ਼ਨ ਦਿੱਤੇ। ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਇਹ ਮੇਰੇ ਵੱਡੇ ਭਾਗ ਨੇ ਜੋ ਆਪ ਜੀ ਦਾ ਸੰਗ ਪ੍ਰਾਪਤ ਹੋਇਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਓ, ਮੈਨੂੰ ਆਪਣਾ ਮੁਰੀਦ ਬਣਾ ਲਓ, ਆਪਣਾ ਸੇਵਕ ਬਣਾ ਲਓ, ਤੇ ਫਿਰ ਮਹਾਰਾਜ ਨਿਕਲ ਜਾਓ ਪਿੰਜਰੇ 'ਚ। ਪਹਿਲਾਂ ਤੇ ਮਹਾਰਾਜ ਪਿੰਜਰੇ 'ਚੋਂ ਅਲੋਪ ਹੋ ਗਏ ਨਾ, ਤੇ ਡਰ ਗਿਆ ਵੀ ਔਰੰਗਜ਼ੇਬ ਬਾਦਸ਼ਾਹ ਨੂੰ ਪਤਾ ਲੱਗੇਗਾ ਤੇ ਮੈਨੂੰ ਵੀ ਕਤਲ ਕਰੇਗਾ, ਪਰਿਵਾਰ ਨੂੰ ਵੀ ਕਰੇਗਾ। ਹੁਣ ਇਸ ਨੂੰ ਭਰੋਸਾ ਆ ਗਿਆ। ਹੁਣ ਆਪ ਕਹਿ ਰਿਹਾ, ਕਹਿੰਦਾ ਮਹਾਰਾਜ ਰਹਿਣ ਦਿਓ ਪਿੰਜਰਾ, ਮੈਂ ਖੋਲ ਦਿੰਦਾ ਇਸ ਪਿੰਜਰੇ ਨੂੰ ਹੁਣੇ ਹੀ,
ਆਪ ਜੀ ਨਿਕਲੋ ਪਿੰਜਰੇ ਤੋਂ ਬਾਹਰ ਤੇ ਪਾਤਸ਼ਾਹ ਚਲੇ ਜਾਓ, ਮੈਨੂੰ ਵੀ ਨਾਲ ਹੀ ਆਪਣੇ ਲੈ ਜਾਓ, ਜਿੱਥੇ ਤੁਸੀਂ ਜਾਓਗੇ ਉੱਥੇ ਮੈਂ ਤੁਹਾਡੇ ਨਾਲ ਹੀ ਚੱਲਾਂਗਾ। ਸੇਵਾ ਕਰਾਂ ਰਹਾ ਮੈਂ ਨਾਲ, ਸਤਿਗੁਰੂ ਪਾਤਸ਼ਾਹ ਮੈਂ ਤੁਹਾਡੀ ਸੇਵਾ ਕਰਾਂਗਾ, ਮੈਂ ਤੁਹਾਡੇ ਨਾਲ ਰਵਾਂਗਾ, ਇਹ ਮੈਨੂੰ ਆਪ ਜੀ ਸੇਵਾ ਦੇਣਾ ਕਰੋ। ਮਰਜ਼ੀ ਕੇ ਜਿਤ ਸਿਪਾਹੀ, ਮਹਾਰਾਜ ਮੇਰੀ ਮਰਜ਼ੀ ਦੇ ਕੁਝ ਸਿਪਾਹੀ ਜਿਹੜਾ ਮੇਰੇ ਕਹਿਣਾ ਮੰਨਦੇ ਨੇ, ਕੁਝ ਮੇਰੀ ਸਲਾਹ ਦੇ ਮੁਤਾਬਕ ਚੱਲਣ ਵਾਲੇ ਹਨ, ਸੰਗ ਨਿਤ ਰਹਿਣ ਤੂੰ ਉਹ ਵੀ ਨਾਲ ਚੱਲਣਗੇ। ਇਤਿਹਾਸ ਦੇ ਵਿੱਚ ਬਚਨ ਆਇਆ ਹੈ ਵੀ ਇਹ ਜਿਹੜਾ ਅਬਦੁਲ ਖਾਨ ਨਾਮ ਦਾ ਦਰੋਗਾ ਸੀ ਨਾ, ਇਹ 16 ਬੰਦੇ ਨਾਲ ਲੈ ਕੇ ਦਿੱਲੀੋਂ ਬਾਦਸ਼ਾਹ ਦੀ ਨੌਕਰੀ ਛੱਡ ਕੇ ਤੇ ਚਲਾ ਗਿਆ ਸੀ। ਜਦੋਂ ਮਹਾਰਾਜ ਦੀ ਸ਼ਹੀਦੀ ਦਾ ਇਸ ਨੂੰ ਪਤਾ ਲੱਗਾ ਨਾ ਵੀ ਸਤਿਗੁਰਾਂ ਨੂੰ ਸ਼ਹੀਦ ਕਰ ਦੇਣਾ, ਇਹਨੇ ਆਪਣੀ ਨੌਕਰੀ ਤੋਂ ਉਸ ਵੇਲੇ ਅਸਤੀਫਾ ਦੇ ਦਿੱਤਾ ਤੇ 16 ਬੰਦੇ, ਉਹਦੇ ਵਿੱਚ ਕੁਝ ਇਹਦੇ ਪੁੱਤਰ ਤੇ ਕੁਝ ਭਰਾ ਸਨ, ਕੁਝ ਇਹਦੇ ਪ੍ਰੇਮ ਕਰਨ ਵਾਲੇ ਇਹਦੇ ਸਾਥੀ ਸਨ। 16 ਬੰਦਿਆਂ ਨੇ ਨੌਕਰੀ ਛੱਡ ਦਿੱਤੀ। ਸਤਿਗੁਰਾਂ ਨੂੰ ਆ ਕੇ ਬੇਨਤੀ ਕੀਤੀ, ਮਹਾਰਾਜ ਕੀ ਹੁਕਮ ਹੈ? ਸਤਿਗੁਰੂ ਕਹਿਣ ਲੱਗੇ ਜਾਓ ਸਾਡੇ ਸਾਹਿਬਜ਼ਾਦੇ ਕੋਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਚਲੇ ਜਾਓ। ਇਹ ਫਿਰ 16 ਬੰਦਿਆਂ ਨੂੰ ਨਾਲ ਲੈ ਕੇ ਦਰੋਗਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਪਹੁੰਚਿਆ। ਮਹਾਰਾਜ ਨੇ ਖਾਸ ਨੌਕਰੀਆਂ ਜਿਹੜੀਆਂ ਸਨ ਇਹਦੇ 16 ਬੰਦਿਆਂ ਨੂੰ ਉਸ ਵੇਲੇ 10ਵੇਂ ਪਾਤਸ਼ਾਹ ਨੇ ਦਿੱਤੀਆਂ। ਸੋ ਇਹ ਹੁਣ ਬਚਨ ਕਰਦਾ, ਬੇਨਤੀ ਕਰਦਾ, ਮਹਾਰਾਜ ਜਿੱਧਰ ਨੂੰ ਤੁਸੀਂ ਜਾਓ ਉਧਰ ਨੂੰ ਚੱਲੋ ਤੇ ਮੈਨੂੰ ਵੀ ਨਾਲ ਹੀ ਲੈ ਚੱਲੋ, ਮੈਂ ਵੀ ਤੁਹਾਡੇ ਨਾਲ ਹੀ ਜਾਣਾ ਹੈ। ਸੰਕਟ ਵਿੱਚ ਕੈਦ ਸਹਾਰਾ, ਮਹਾਰਾਜ ਜੇ ਤੁਸੀਂ ਇੰਨੇ ਤਾਕਤ ਵਾਲੇ ਹੋ, ਇੰਨਾ ਸਭ ਕੁਝ ਕਰ ਸਕਦੇ ਹੋ ਤੇ ਜੇਲ੍ਹ ਵਿੱਚ ਕਿਉਂ ਪਏ ਹੋ? ਇਹਨਾਂ ਪਿੰਜਰਿਆਂ ਵਿੱਚ ਪੈਣਾ ਤੇ ਜਿਹੜੇ ਕੁਕਰਮੀ ਲੋਕ ਨੇ ਉਹਨਾਂ ਨੂੰ ਪਾਇਆ ਜਾਂਦਾ, ਜਿਹੜੇ ਹਥਿਆਰੇ ਨੇ ਉਹਨਾਂ ਨੂੰ ਪਾਇਆ ਜਾਂਦਾ। ਆਪ ਜੀ ਤੇ ਪਰਮੇਸ਼ਰ ਦਾ ਰੂਪ ਤੇ ਮਹਾਰਾਜ ਇਸ ਪਿੰਜਰੇ ਵਿੱਚ ਕੈਦ ਵਿੱਚ ਪੈ ਕੇ ਕਿਉਂ ਦੁੱਖ ਸਹਾਰਦੇ ਹੋ? ਸ਼ਾਹੋ ਕੁਕਰਮੀ ਸਾਹਸ ਵਾਰ, ਕਿਉਂਕਿ ਇਹ ਬਾਦਸ਼ਾਹ ਜਿਹੜਾ ਇਹ ਬਹੁਤ ਜ਼ਿਆਦਾ ਕੁਕਰਮੀ ਹੈ, ਕੁਕਰਮ ਕਰਨ ਵਾਲਾ, ਮਾੜਾ ਕਰਮ ਕਰਨ ਵਾਲਾ। ਇਸ ਔਰੰਗਜ਼ੇਬ ਤੋਂ ਚੰਗੇ ਕਰਮ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਹ ਕੁਕਰਮੀ ਬਾਦਸ਼ਾਹ ਹੈ, ਇਹ ਕੁਕਰਮੀ ਹੈ ਆਪਣੇ ਭਰਾ ਦਾ ਕਤਲ ਕਰਨਾ। ਸ਼ਰਾਬ ਪਿਆ ਕੇ, ਸ਼ਰਾਬ ਦੇ ਨਸ਼ੇ ਵਿੱਚ ਪਹਿਲਾਂ ਤੇ ਭਰਾ ਨੂੰ ਆਖਿਆ ਆ ਜਾ ਆਪਾਂ ਪਾਰਟੀ ਕਰੀਏ, ਜਸ਼ਨ ਮਨਾਈਏ, ਤੇ ਜਦੋਂ ਭਰਾ ਇਹਦੀਆਂ ਗੱਲਾਂ ਵਿੱਚ ਲਾ ਕੇ ਇਹਦੇ ਕੋਲ ਆ ਗਿਆ, ਪਹਿਲਾਂ ਤੇ ਸ਼ਰਾਬ ਪਿਲਾਈ, ਜਦੋਂ ਸ਼ਰਾਬੀ ਹੋ ਗਿਆ ਉਹਦਾ ਕਤਲ ਕਰ ਦਿੱਤਾ ਤੇ ਬਾਕੀਆਂ ਨੂੰ ਵੀ ਆਪਸ ਵਿੱਚ ਲੜਵਾ ਕੇ ਸਾਰੇ ਇਸ ਨੇ ਮਾਰ ਦਿੱਤੇ। ਇਹ ਐਸਾ ਕੁਕਰਮੀ ਹੈ ਜਿਹਨੇ ਆਪਣੇ ਭਰਾ ਨਹੀਂ ਛੱਡੇ ਮਹਾਰਾਜ, ਇਹ ਦੂਜਿਆਂ ਦਾ ਕੀ ਲੱਗਦਾ ਹੈ? ਸੋ ਬਚਨ ਆ ਗਿਆ, ਸ਼ਾਹੋ ਕੁਕਰਮੀ ਸਾਹਸ ਵਾਰੋ। ਸਾਹਸ ਵਾਰੋ ਤੋਂ ਭਾਵ ਹੈ ਹੱਠ ਵਾਲਾ, ਜਿੱਦੀ ਵੀ ਬੜਾ। ਕੁਝ ਬਾਦਸ਼ਾਹ ਇਹੋ ਜਿਹੇ ਹੁੰਦੇ ਜਿਹੜੇ ਪ੍ਰਜਾ ਦਾ ਦੁੱਖ ਸੁਣ ਕੇ ਤੇ ਉਹ ਆਪਣਾ ਫੈਸਲਾ ਬਦਲ ਲੈਂਦੇ। ਕੁਝ ਇਹੋ ਜਿਹੇ ਜਿੱਦ ਵਾਲੇ ਬਾਦਸ਼ਾਹ ਹੁੰਦੇ ਵੀ ਉਹ ਪ੍ਰਜਾ ਭਾਵੇਂ ਜਿੰਨੀ ਮਰਜ਼ੀ ਹਾਹਾਕਾਰ ਕਰੇ ਉਹ ਆਪਣਾ ਫੈਸਲਾ ਨਹੀਂ ਬਦਲਦੇ। ਇਹ ਔਰੰਗਜ਼ੇਬ ਵੀ ਕੁਝ ਉਸੇ ਤਰ੍ਹਾਂ ਦਾ ਹੀ ਹੈ, ਬੜਾ ਹਠੀ ਤੇ ਬੜੀ ਜਿੱਦੀ ਸੁਭਾਅ ਦਾ ਇਹ ਬਾਦਸ਼ਾਹ ਹੈ, ਇਸ ਨੇ ਆਪਣਾ ਹੱਠ ਨਹੀਂ ਬਦਲਣਾ ਹੈ। ਜਗ ਤੇ ਕਰੋ ਉਧਾਰ ਹਮਾਰਾ, ਮਹਾਰਾਜ ਸਾਨੂੰ ਵੀ ਨਾਲ ਲੈ ਚੱਲੋ, ਆਪ ਜੀ ਤੇ ਮੁਕਤ ਹੋ, ਅਸੀਂ ਤੁਹਾਡੀ ਸੰਗਤ ਵਿੱਚ ਰਵਾਂਗੇ, ਸਾਡਾ ਵੀ ਉਧਾਰ ਹੋ ਜਾਵੇਗਾ। ਪਾਤਸ਼ਾਹ ਨਿਕਲੋ ਜੇਲ੍ਹ ਵਿੱਚੋਂ ਬਾਹਰ, ਇਹਦੇ ਕੈਦਖਾਨੇ ਵਿੱਚੋਂ ਬਾਹਰ ਨਿਕਲੋ, ਸਾਨੂੰ ਵੀ ਆਪਣੇ ਨਾਲ ਤੁਸੀਂ ਲੈ ਚੱਲਣਾ ਕਰੋ। ਸਲਾਹ ਸ਼ੁਭ ਦਿਨ ਟਾਰੋ, ਤੇ ਤੇ ਸਤਿਗੁਰੂ ਪਾਤਸ਼ਾਹ ਜੀ ਇਹ ਸਲਾਹ ਬੜੀ ਚੰਗੀ ਜੇ, ਵੇਖਿਓ ਕਿਤੇ ਜਵਾਬ ਨਾ ਦੇ ਦਿਓ, ਕਿਤੇ ਨਾ ਕਰ ਦਿਓ, ਇਹ ਮੌਕਾ ਦੁਬਾਰਾ ਨਹੀਂ ਜੇ ਮਿਲਣਾ। ਅੱਜ ਤੇ ਮੈਂ ਡਿਊਟੀ ਤੇ ਤਾਇਨਾਤ, ਅੱਜ ਤੇ ਮੇਰੇ ਕੋਲ ਸਾਰੀ ਜ਼ਿੰਮੇਵਾਰੀ ਹੈ, ਮੇਰੇ ਕੁਝ ਸਿਪਾਹੀ ਵੀ ਆਖੇ ਲੱਗਦੇ ਨੇ, ਅੱਜ ਮੈਂ ਤੁਹਾਨੂੰ ਇਸ ਜੇਲ੍ਹ ਵਿੱਚੋਂ ਕੱਢ ਸਕਦਾ ਤੇ ਲੈ ਕੇ ਵੀ ਚੱਲ ਸਕਦਾ। ਮਹਾਰਾਜ ਇਹ ਮੌਕਾ ਦੁਬਾਰਾ ਨਹੀਂ ਜੇ ਮਿਲਣਾ, ਆਪ ਜੀ ਕਿਰਪਾ ਕਰੋ ਤੇ ਛੇਤੀ ਨਾਲ ਆਪਾਂ ਇੱਥੋਂ ਨਿਕਲ ਕੇ ਚੱਲੀਏ। ਇਹ ਜਿਹੜਾ ਦਰੋਗਾ ਅਬਦੁਲ ਖਾਨ ਹੈ ਨਾ, ਜਿਹੜਾ ਮਹਾਰਾਜ ਦੀ ਨਿਗਰਾਨੀ ਵਿੱਚ ਲਾਇਆ ਹੋਇਆ, ਇਹ ਬੇਨਤੀ ਕਰਦਾ ਪਿਆ, ਕਹਿੰਦਾ ਵੀ ਸਾਨੂੰ ਵੀ ਨਾਲ ਲੈ ਚੱਲੋ, ਆਪ ਵੀ ਇੱਥੋਂ ਚੱਲਣਾ ਕਰੋ। ਜਮਾਦਾਰ ਤੇ ਸੁਣ ਬਹੁਤ ਮਹਾਰਾਜ ਨੇ ਜਦੋਂ ਸੁਣੇ ਨਾ ਬਚਨ ਇਸ ਜਮਾਦਾਰ ਦੇ ਕੋਲੋਂ, ਕੋਤਵਾਲ ਕੋਲੋਂ, ਥਾਣੇਦਾਰ ਕੋਲੋਂ, ਤੇ ਮਹਾਰਾਜ ਸੁਣ ਕੇ ਹੱਸ ਪਏ ਜੀ ਗੱਲ। ਮਹਾਰਾਜ ਮੁਸਕਰਾਏ, ਹੱਸ ਕੇ ਪਾਤਸ਼ਾਹ ਉਸ ਵੇਲੇ ਕਹਿਣ ਲੱਗੇ ਹਨ। ਮੁਸਕਾਨ ਬਾਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਦੋਂ ਖੁਸ਼ ਹੋਏ ਨਾ, ਹੱਸ ਪਏ। ਇਹਨੇ ਹੱਥ ਜੋੜ ਕੇ ਆਖਿਆ, ਮਹਾਰਾਜ ਮੇਰੇ ਕੋਲੋਂ ਕੋਈ ਅਵਗਿਆ ਹੋਈ ਹੈ? ਆਪ ਜੀ ਮੇਰਾ ਬਚਨ ਸੁਣ ਕੇ ਹੱਸ ਪਏ ਹੋ। ਤੇ ਸਤਿਗੁਰੂ ਹੱਸਦਿਆਂ ਹੱਸਦਿਆਂ ਕਹਿਣ ਲੱਗੇ, ਨਹੀਂ ਅਬਦੁਲ ਖਾਨ, ਸਾਡੇ ਬਚਨ ਸੁਣ, ਅਸੀਂ ਤੇ ਤਾਂ ਖੁਸ਼ ਹੋਏ ਹਾਂ। ਸ਼ਰਧਾ ਔਰ ਧਾਰਨ, ਅਸੀਂ ਖੁਸ਼ ਤਾਂ ਹੋਏ ਹਾਂ ਵੀ ਤੇਰੇ ਮਨ ਵਿੱਚ ਸਾਡੇ ਪ੍ਰਤੀ ਸ਼ਰਧਾ ਆ ਗਈ ਹੈ,
ਵੈਸੇ ਤੇ ਔਰੰਗਜ਼ੇਬ ਸਾਡੇ ਨਾਲ ਵੈਰ ਕਰਦਾ ਹੈ ਤੇ ਔਰੰਗਜ਼ੇਬ ਦੀ ਫੌਜ ਵੀ ਸਾਨੂੰ ਆਪਣਾ ਵੈਰੀ ਸਮਝਦੀ ਹੈ, ਪਰ ਤੂੰ ਸਾਡੇ ਤੇ ਰੱਖੀ ਹੈ ਸ਼ਰਧਾ। ਤੂੰ ਸਾਨੂੰ ਇਹ ਬਚਨ ਕੀਤਾ ਵੀ ਮਹਾਰਾਜ ਆਪ ਜੀ ਚਲੇ ਚੱਲੋ। ਇਹ ਬਚਨ ਸੁਣ ਕੇ ਅਸੀਂ ਇਹ ਵੇਖਦੇ ਹਾਂ ਵੀ ਕੱਲ ਤੂੰ ਸਾਡੇ ਨਾਲ ਵੈਰ ਕਮਾਉਂਦਾ ਸੀ, ਅੱਜ ਤੂੰ ਸਾਡੇ ਨਾਲ ਸ਼ਰਧਾ ਦਿਖਾਉਂਦਾ ਪਿਆ। ਇਹ ਤੇਰਾ ਬਦਲਿਆ ਹੋਇਆ ਸੁਭਾਅ ਦੇਖ ਕੇ ਅਸੀਂ ਤਾਂ ਮੁਸਕਰਾਏ ਹਾਂ। ਹੁਕਮਤ ਕੀ ਦੁਰਮਤ ਹਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਾਦਸ਼ਾਹ ਦੀ ਜੋ ਕੁਪੱਤੀ ਮਤ ਹੈ, ਭਾਵ ਕਿ ਜਿਹੜੀ ਮਾੜੀ ਮਤ ਹੈ, ਉਸ ਨੂੰ ਦੁਰਮਤ ਨੂੰ ਦੂਰ ਕਰ ਦਿੱਤੀ ਹੈ। ਤੈਨੂੰ ਬਾਦਸ਼ਾਹ ਦੇ ਵੱਲੋਂ ਪਹਿਲਾਂ ਮਾੜੀ ਮਤ ਮਿਲੀ ਹੋਈ, ਉਹਦੇ ਮੁਤਾਬਕ ਤੂੰ ਨੌਕਰੀ ਕਰਦਾ, ਪਰ ਅੱਜ ਤੂੰ ਆਪਣੇ ਸੁਭਾਅ ਨੂੰ ਬਦਲਿਆ। ਅਸੀਂ ਇਹ ਗੱਲ ਜਾਣ ਗਏ ਹਾਂ ਵੀ ਤੇਰੀ ਉਹ ਬਾਦਸ਼ਾਹ ਨੇ ਦਿੱਤੀ ਹੋਈ ਜਿਹੜੀ ਅਕਲ ਸੀ ਨਾ, ਉਹ ਤੇਰੀ ਖਤਮ ਹੋ ਗਈ ਹੈ। ਤੈਨੂੰ ਹੁਣ ਉਹਦੀ ਲੋੜ ਨਹੀਂ, ਤੇਰੀ ਬੁੱਧੀ ਸਾਫ਼ ਹੋ ਗਈ ਹੈ, ਤੇਰਾ ਭਰੋਸਾ ਉਜਲ ਹੋ ਗਿਆ ਹੈ। ਇਹ ਸਾਨੂੰ ਪਤਾ ਲੱਗਿਆ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਜਿਹੜੀ ਤੇਰੇ ਮਨ ਵਿੱਚ ਸ਼ਰਧਾ ਆ ਗਈ ਹੈ ਨਾ ਗੁਰੂ ਦੇ ਪ੍ਰਤੀ, ਇਹਦਾ ਵੀ ਤੈਨੂੰ ਪਰਲੋਕ ਦੇ ਵਿੱਚ ਬੜਾ ਵੱਡਾ ਸੁੱਖ ਮਿਲੇਗਾ। ਗੁਰੂ ਦੇ ਉੱਪਰ ਸ਼ਰਧਾ ਹੋਣੀ ਨਾ, ਭਰੋਸਾ ਹੋਣਾ, ਇਹਦਾ ਵੀ ਫਲ ਐ ਜੀਵ ਤੇਰੀ ਆਤਮਾ ਨੂੰ ਪਰਲੋਕ ਦੇ ਵਿੱਚ ਮਿਲੇਗਾ, ਜੋ ਗੁਰੂ ਦੇ ਉੱਪਰ ਭਰੋਸਾ ਰੱਖਣਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਤੈਨੂੰ ਸਾਡੇ ਤੇ ਭਰੋਸਾ ਆ ਗਿਆ, ਤੈਨੂੰ ਸਾਡੇ ਤੇ ਸ਼ਰਧਾ ਆ ਗਈ ਹੈ, ਇਹਦਾ ਵੀ ਤੈਨੂੰ ਬੜਾ ਭਾਰੀ ਫਲ ਮਿਲੇਗਾ ਪਰਲੋਕ ਦੇ ਵਿੱਚ। ਐਸੀ ਸ਼ਰਧਾ ਖਾਲੀ ਨਹੀਂ ਜਾਏਗੀ। ਤੇ ਸਤਿਗੁਰਾਂ ਨੇ ਨਾਲ ਹੀ ਵਰ ਵੀ ਦਿੱਤਾ। ਕਹਿਣ ਲੱਗੇ ਅਬਦੁਲ ਖਾਨ ਤੇਰੇ ਮਨ ਵਿੱਚ ਚਿੰਤਾ ਸੀ ਵੀ ਬਾਦਸ਼ਾਹ ਔਰੰਗਜ਼ੇਬ ਕਿਤੇ ਮੇਰਾ ਪਰਿਵਾਰ ਨਾ ਕਤਲ ਕਰ ਦੇਵੇ, ਮੇਰੇ ਪੁੱਤਰਾਂ ਨੂੰ ਕਤਲ ਕਰਕੇ ਕਿਤੇ ਮਾਰ ਨਾ ਦੇਵੇ। ਅਸੀਂ ਤੈਨੂੰ ਇਹ ਬਖਸ਼ਿਸ਼ ਵਾਲਾ ਬਚਨ ਕਰਦੇ ਹਾਂ, ਤੇਰੀ ਬੰਸ ਅੱਗੇ ਬੜੀ ਵਧੇਗੀ, ਤੇਰਾ ਪਰਿਵਾਰ ਅੱਗੇ ਵਧੇ ਫੁੱਲੇਗਾ, ਤੇਰੀ ਕੁੱਲ ਅੱਗੇ ਬਹੁਤ ਭਾਰੀ ਵੱਧ ਫੁੱਲ ਕੇ ਚੱਲੇਗੀ। ਇਹ ਤੈਨੂੰ ਅਸੀਂ ਵਰ ਬਖਸ਼ਿਸ਼ ਕਰਦੇ ਹਾਂ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਤੇ ਤੇਰੀ ਸੇਵਾ ਤੋਂ ਖੁਸ਼ ਹੋ ਕੇ, ਤੇਰਾ ਭਰੋਸਾ ਤੇ ਪ੍ਰੇਮ ਵੇਖ ਕੇ ਤੈਨੂੰ ਆਖਿਆ ਨਾ ਵਰ ਦਿੱਤਾ। ਹੁਣ ਇੱਕ ਬੜੀ ਕੰਮ ਦੀ ਗੱਲ ਹੈ, ਧਿਆਨ ਦੇ ਨਾਲ ਸਾਡਾ ਬਚਨ ਸੁਣ। ਅਸੀਂ ਹੁਣ ਤੈਨੂੰ ਦੱਸਣ ਲੱਗੇ ਹਾਂ ਵੀ ਅਸੀਂ ਅੱਗੇ ਕਰਨਾ ਕੀ ਹੈ। ਵੈਸੇ ਤੇ ਬਚਨ ਅਸੀਂ ਛੁਪਾ ਕੇ ਰੱਖਿਆ, ਕਿਸੇ ਨੂੰ ਦੱਸਿਆ ਨਹੀਂ, ਪਰ ਤੇਰੀ ਭਾਵਨਾ ਵੇਖ ਕੇ ਹੁਣ ਤੈਨੂੰ ਦੱਸ ਦਿੰਦੇ ਵੀ ਅਸੀਂ ਜੇਲ੍ਹ ਵਿੱਚ ਕਿਉਂ ਬੈਠੇ ਹਾਂ, ਅਸੀਂ ਕੱਲ੍ਹ ਨੂੰ ਕੀ ਕਰਨਾ, ਪਰਸੋਂ ਕੀ ਕਰਨਾ, ਜਾਂ ਆਉਣ ਵਾਲੇ ਸਮੇਂ ਵਿੱਚ ਕੀ ਕਰਨਾ। ਉਹ ਜਿਹੜੇ ਗੁਹਜ ਬਚਨ ਨੇ ਨਾ, ਗੁਪਤ ਬਚਨ, ਉਹ ਤੇਰੇ ਨਾਲ ਸਾਂਝੇ ਕਰਦੇ ਹਾਂ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਅਸੀਂ ਦਿੱਲੀ ਵਿੱਚ ਤਾਂ ਆਏ ਹਾਂ, ਜਿਹੜਾ ਬਾਦਸ਼ਾਹ ਔਰੰਗਜ਼ੇਬ ਹੈ ਨਾ, ਇਹਦੇ ਸਿਰ ਦੇ ਉੱਪਰ ਅਸੀਂ ਦੋਸ਼ ਲਾਉਣਾ, ਇਹਦੇ ਸਿਰ ਦੇ ਉੱਪਰ ਇੱਕ ਗੁਨਾਹ ਚੜਾਉਣਾ, ਇੱਕ ਪਾਪ ਚੜਾਉਣਾ ਇਹਦੇ ਸਿਰ ਦੇ ਉੱਪਰ। ਉਹ ਦੋਸ਼ ਤੇ ਪਾਪ ਇਹਦੇ ਸਿਰ ਤੇ ਮੜਨ ਵਾਸਤੇ ਤਾਂ ਅਸੀਂ ਦਿੱਲੀ ਵਿੱਚ ਆਏ ਹਾਂ। ਤੇ ਇਹ ਜਦੋਂ ਸਾਨੂੰ ਕਤਲ ਕਰਨਗੇ ਨਾ, ਆਉਣ ਵਾਲਾ ਸਮਾਂ ਦੱਸਦੇ ਪਏ, ਇਹਨਾਂ ਨੇ ਸਾਨੂੰ ਕਤਲ ਕਰਨਾ ਹੈ। ਅਸੀਂ ਇੱਥੇ ਆਪਣੀ ਸ਼ਹਾਦਤ ਦੇਣ ਵਾਸਤੇ ਆਏ, ਭੱਜਣ ਵਾਸਤੇ ਨਹੀਂ। ਜਿਸ ਦਿਨ ਸਾਨੂੰ ਇਹਨਾਂ ਨੇ ਕਤਲ ਕੀਤਾ ਨਾ, ਉਸ ਦਿਨ ਇਹਨਾਂ ਦਾ ਰਾਜ ਭਾਗ ਤੇ ਇਹਨਾਂ ਦਾ ਤੇਜ ਤਪ ਤੇ ਇਹਨਾਂ ਦਾ ਜਿਹੜਾ ਇੰਨਾ ਪ੍ਰਭਾਵ ਪਿਆ ਨਾ ਰਾਜ ਦਾ, ਇਹ ਸਾਰਾ ਕਤਲ ਹੋ ਜਾਏਗਾ, ਸਾਰਾ ਖਤਮ ਹੋ ਜਾਏਗਾ। ਜਿਸ ਵੇਲੇ ਭਾਈ ਸਾਹਿਬ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਨਾ, ਤੇ ਭਾਈ ਮਤੀ ਦਾਸ ਦੀ ਸ਼ਹੀਦੀ ਹੋਈ ਆਰੇ ਨਾਲ ਚੀਰ ਕੇ, ਉਸ ਵੇਲੇ ਭਾਈ ਦਿਆਲਾ ਜੀ ਨੇ ਬਚਨ ਕੀਤੇ ਸਨ। ਕਹਿਣ ਲੱਗਾ ਉਹ ਰੰਗਿਆ, ਅੱਜ ਤੂੰ ਸਿੱਖ ਨਹੀਂ ਚੀਰਿਆ, ਅੱਜ ਤੂੰ ਆਪਣੀ ਬਾਦਸ਼ਾਹੀ ਚੀਰ ਸੁੱਟੀ ਹੈ। ਅੱਜ ਸਿੱਖ ਨਹੀਂ ਮੁੱਕਿਆ, ਸ਼ਹੀਦ ਨਹੀਂ ਹੋਇਆ, ਅੱਜ ਤੇਰੀ ਬਾਦਸ਼ਾਹੀ ਜਿਹੜੀ ਉਹ ਚੀਰੀ ਗਈ, ਉਹ ਖਤਮ ਹੋ ਗਈ ਹੈ। ਇਹ ਤੇਰਾ ਬਾਦਸ਼ਾਹੀ ਦਾ ਹੁਣ ਜਿਹੜਾ ਜ਼ੋਰ ਹੈ ਨਾ, ਰਵੇਗਾ ਨਹੀਂ, ਇਹ ਮੁੱਕ ਜਾਣਾ ਹੈ। ਸਿੱਖ ਨੂੰ ਚੀਰ ਕੇ ਤੂੰ ਬਾਦਸ਼ਾਹੀ ਆਪਣੀ ਮਿਟੀ ਹੈ। ਇੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿ ਰਹੇ, ਕਹਿਣ ਲੱਗੇ ਜਿਸ ਦਿਨ ਸਾਨੂੰ ਇਹ ਸ਼ਹੀਦ ਕਰਨਗੇ ਨਾ, ਕਤਲ ਕਰਨਗੇ, ਉਸ ਦਿਨ ਇਹਨਾਂ ਦੀ ਬਾਦਸ਼ਾਹਤ ਜਿਹੜੀ ਹੈ ਇਹ ਰੁੱਲ ਜਾਏਗੀ, ਖਤਮ ਹੋ ਜਾਏਗੀ। ਇਹਨਾਂ ਦਾ ਇਹ ਤੇਜ ਤਾਪ ਨਹੀਂ ਰਹਿ ਜਾਵੇਗਾ, ਇਹਨਾਂ ਨੇ ਮੁੱਕ ਜਾਣਾ ਹੈ। ਕਹਿਣ ਲੱਗੇ ਵੀ ਜਿਸ ਤਰ੍ਹਾਂ ਬਹੁਤ ਜ਼ਿਆਦਾ ਠੰਡ ਹੋਵੇ ਨਾ, ਤੇ ਉਹ ਠੰਡ ਕਦੇ ਅੱਗ ਦੇ ਕੋਲ ਖਲੋਂਦੀ ਨਹੀਂ ਹੈ। ਮੰਨ ਲਓ ਵੀ ਪੋਹ ਮਾਘ ਦੇ ਦਿਨ ਨੇ ਤੇ ਠੰਡ ਬੜੀ ਹੈ, ਪਰ ਜੇ ਅੱਗ ਬਾਲ ਲਈਏ, ਧੂਣੀ ਬਾਲ ਲਈਏ, ਤੇ ਅੱਗ ਦੇ ਸੇਕ ਦੇ ਨਾਲ ਠੰਡ ਦਾ ਪਾਲਾ ਦੂਰ ਹੋ ਜਾਂਦਾ ਹੈ। ਕਹਿਣ ਲੱਗੇ ਜਿਵੇਂ ਅੱਗ ਦੇ ਸੇਕ ਦੇ ਨਾਲ ਠੰਡ ਦਾ ਪਾਲਾ ਦੂਰ ਹੁੰਦਾ ਹੈ, ਇਸੇ ਤਰ੍ਹਾਂ ਸਾਡੀ ਸ਼ਹਾਦਤ ਦੇ ਨਾਲ ਇਹਨਾਂ ਦਾ ਰਾਜ ਭਾਗ ਸਾਰਾ ਮੁੱਕ ਜਾਏਗਾ, ਖਤਮ ਹੋ ਜਾਏਗਾ, ਇਹਨਾਂ ਦਾ ਪ੍ਰਭਾਵ ਮੁੱਕ ਜਾਣਾ ਹੈ। ਮਹਾਰਾਜ ਕਹਿਣ ਲੱਗੇ ਵੀ ਜੇ ਅਸੀਂ ਛੁੱਟਣਾ ਹੀ ਚਾਹੀਏ, ਜਿਵੇਂ ਤੂੰ ਹੁਣ ਆਖਿਆ ਵੀ ਮਹਾਰਾਜ ਮੈਂ ਪਿੰਜਰੇ ਦਾ ਦਰਵਾਜ਼ਾ ਖੋਲ ਦਿੰਦਾ, ਆਪ ਜੀ ਚਲੇ ਜਾਓ। ਜੇ ਅਸੀਂ ਪਿੰਜਰੇ ਵਿੱਚੋਂ ਛੁੱਟਣਾ ਹੀ ਹੋਵੇ, ਜਾਂ ਅਸੀਂ ਕਿਤੇ ਜਾਣਾ ਚਾਹੀਏ ਆਪਣੀ ਮਰਜ਼ੀ ਦੇ ਨਾਲ, ਵੀ ਦਿੱਲੀ ਨਹੀਂ ਅਸੀਂ ਤੇ ਫਲਾਣੀ ਥਾਂ ਤੇ ਜਾਣਾ,
ਜੇ ਅਸੀਂ ਛੁੱਟਣਾ ਹੀ ਹੁੰਦਾ ਅਬਦੁਲ ਖਾਨ, ਜਾਂ ਅਸੀਂ ਕਿਤੇ ਜਾਣਾ ਹੁੰਦਾ ਤੇ ਫਿਰ ਸਾਡੇ ਬਚਨ ਸੁਣਨਾ ਕਰ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਅਸੀਂ ਕੈਦ ਵਿੱਚ ਕਿਉਂ ਪੈਂਦੇ? ਅਸੀਂ ਇਸ ਕੈਦ ਵਿੱਚ ਆਪ ਪਏ ਆ। ਕੌਣ ਹੈ ਬਾਦਸ਼ਾਹ ਔਰੰਗਜ਼ੇਬ ਜਿਹੜਾ ਸਾਨੂੰ ਕੈਦ ਵਿੱਚ ਪਾ ਲਵੇ? ਨਹੀਂ, ਸਾਨੂੰ ਕੈਦ ਵਿੱਚ ਪਾਉਣ ਵਾਲਾ ਕੋਈ ਨਹੀਂ ਹੈ। ਅਸੀਂ ਆਪਣੀ ਮਰਜ਼ੀ ਨਾਲ ਇੱਥੇ ਆਏ ਹਾਂ ਦਿੱਲੀ ਦੇ ਵਿੱਚ, ਆਪਣੀ ਮਰਜ਼ੀ ਨਾਲ ਗ੍ਰਿਫਤਾਰੀ ਦਿੱਤੀ ਹੈ, ਆਪਣੀ ਮਰਜ਼ੀ ਨਾਲ ਕੈਦ ਹੋਏ। ਅਬਦੁਲ ਖਾਨ ਦਰੋਗੇ, ਸਾਨੂੰ ਇਹ ਬਾਦਸ਼ਾਹ ਕੈਦ ਨਾ ਕਰ ਸਕਦਾ, ਨਾ ਇਹ ਸਾਡਾ ਕੁਝ ਵਿਗਾੜ ਸਕਦਾ, ਪਰ ਇਹ ਜੋ ਕੁਝ ਵੀ ਹੋ ਰਿਹਾ ਨਾ ਇਹ ਸਾਡੀ ਮਰਜ਼ੀ ਨਾਲ ਹੋ ਰਿਹਾ ਹੈ। ਸੋ ਉਸ ਵੇਲੇ ਅਬਦੁਲ ਖਾਨ ਨੇ ਪੁੱਛਿਆ, ਕਹਿਣ ਲੱਗਾ ਮਹਾਰਾਜ ਸ਼ਹੀਦੀ ਦੇਣ ਦੀ ਕੀ ਲੋੜ ਹੈ ਆਪ ਜੀ ਨੂੰ? ਆਪ ਜੀ ਕਿਉਂ ਇਹ ਸਾਰਾ ਮੁਹਿੰਮ ਬਣਾਈ ਹੈ? ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਅਬਦੁਲ ਖਾਨ ਇਹਦੇ ਵਿੱਚ ਬਚਨ ਇੱਕ ਬੜਾ ਡੂੰਘਾ। ਕਹਿਣ ਲੱਗਾ ਮਹਾਰਾਜ ਫਿਰ ਦੱਸ ਦਿਓ ਕੀ ਬਚਨ ਹੈ? ਸਤਿਗੁਰੂ ਕਹਿਣ ਲੱਗੇ ਜਿਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਧਰਤੀ ਤੇ ਆਏ ਸਨ ਤੇ ਸਤਿਗੁਰੂ ਪਾਤਸ਼ਾਹ ਜੀ ਉਸ ਵੇਲੇ ਏਮਨਾਬਾਦ ਦੀ ਧਰਤੀ ਤੇ ਗਏ ਸਨ। ਉੱਥੇ ਬਾਬਰ ਬਾਦਸ਼ਾਹ ਨਾਲ ਮੁਲਾਕਾਤ ਹੋਈ। ਬਾਬਰ ਬਾਦਸ਼ਾਹ ਨੇ ਭੰਗ ਦਾ ਪਿਆਲਾ ਮਹਾਰਾਜ ਸਾਹਿਬ ਜੀ ਦੇ ਸਾਹਮਣੇ ਰੱਖ ਕੇ ਬੇਨਤੀ ਕੀਤੀ, ਮਹਾਰਾਜ ਮੈਂ ਬੜੀ ਭਾਰੀ ਅਵੱਗਿਆ ਕੀਤੀ ਹੈ, ਜੋ ਆਪ ਜੀ ਨੂੰ ਕੈਦ ਵਿੱਚ ਪਾਇਆ ਹੈ, ਮੇਰੀ ਗਲਤੀ ਦੀ ਮਾਫੀ ਦੇ ਦਿਓ ਤੇ ਆਪ ਜੀ ਜੇਲ੍ਹ ਵਿੱਚ ਉੱਠ ਕੇ ਬਾਹਰ ਆ ਜਾਓ। ਸਤਿਗੁਰਾਂ ਨੇ ਸੁਣੇ ਬਚਨ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਨਹੀਂ ਬਾਦਸ਼ਾਹ, ਹੁਣ ਅਸੀਂ ਇਕੱਲੇ ਨਹੀਂ ਕੈਦ ਵਿੱਚੋਂ ਬਾਹਰ ਆਵਾਂਗੇ, ਜਿੰਨੇ ਲੋਕ ਤੂੰ ਹੋਰ ਗ੍ਰਿਫਤਾਰ ਕੀਤੇ ਨੇ ਉਹਨਾਂ ਸਾਰਿਆਂ ਨੂੰ ਆਜ਼ਾਦ ਕਰਨ ਦਾ ਹੁਕਮ ਦੇ, ਇਕੱਲੇ ਨਹੀਂ ਬਾਹਰ ਨਿਕਲਾਂਗੇ। ਆਪਾਂ ਬਚਨ ਪੜ੍ਹਦੇ ਹਾਂ ਨਾ ਸਤਿਗੁਰੂ ਬੰਦੀ ਛੋੜਨੇ, ਜਿਵੇਂ ਛੇਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਰਾਜੇ ਛੁਡਵਾਏ, ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਏਮਨਾਬਾਦ ਦੀ ਧਰਤੀ ਤੇ ਜਿੰਨੇ ਲੋਕ ਕੈਦ ਕੀਤੇ ਸਨ ਸਾਰੇ ਦੇ ਸਾਰੇ ਪਹਿਲਾਂ ਉਹਨਾਂ ਨੂੰ ਜੇਲ੍ਹਾਂ ਵਿੱਚੋਂ ਬਾਹਰ ਕਢਾਇਆ ਤੇ ਫਿਰ ਜੇਲ੍ਹ ਵਿੱਚੋਂ ਆਪ ਬਾਹਰ ਆਏ। ਜਦੋਂ ਬਾਦਸ਼ਾਹ ਨੇ ਹੁਕਮ ਮੰਨ ਕੇ ਸੇਵਾ ਕੀਤੀ ਨਾ, ਸਾਰਿਆਂ ਨੂੰ ਰਿਹਾ ਕਰ ਦਿੱਤਾ ਤੇ ਸਤਿਗੁਰੂ ਪ੍ਰਸੰਨ ਹੋਏ ਵੀ ਇਹਨੇ ਕਹਿਣਾ ਮੰਨਿਆ। ਫਿਰ ਝੋਲੀ ਅੱਡ ਕੇ ਉਹਨੇ ਆਖਿਆ, ਕਹਿਣ ਲੱਗਾ ਮਹਾਰਾਜ ਕਿਰਪਾ ਕਰੋ ਹਿੰਦੁਸਤਾਨ ਦਾ ਰਾਜ ਮੇਰੀਆਂ ਪੁਸ਼ਤਾਂ ਤੱਕ ਮੇਰੇ ਘਰ ਦੇ ਵਿੱਚ ਰਵੇ। ਤੇ ਸਾਹਿਬ ਨੇ ਬਚਨ ਸੁਣੇ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਖਿਆ, ਕਹਿਣ ਲੱਗੇ ਐ ਬਾਬਰ ਬਾਦਸ਼ਾਹ ਇਹ ਰਾਜ ਤੇਰੀਆਂ ਪੁਸ਼ਤਾਂ ਵਿੱਚ ਰਵੇਗਾ, ਤੇਰੀਆਂ ਪੁਸ਼ਤਾਂ ਰਾਜ ਭਾਗ ਮਾਣਦੀਆਂ ਰਹਿਣਗੀਆਂ, ਪਰ ਇਹ ਰਾਜ ਭਾਗ ਉਹਨਾਂ ਚਿਰ ਤੇਰੀਆਂ ਪੀੜ੍ਹੀਆਂ ਕਰਨਗੀਆਂ ਜਿੰਨਾ ਚਿਰ ਇਨਸਾਫ ਦਾ ਰਾਜ ਹੋਵੇਗਾ, ਧਰਮ ਦਾ ਰਾਜ ਹੋਵੇਗਾ। ਗਰੀਬ ਗੁਰਬੇ ਦੀ ਫਰਿਆਦ ਜਿੰਨਾ ਚਿਰ ਸੁਣੀ ਜਾਏਗੀ ਉਹਨਾਂ ਚਿਰ ਰਾਜ ਤੇ ਤੇਰੀ ਕੁੱਲ ਵਿੱਚ ਰਵੇਗਾ। ਜਿਸ ਦਿਨ ਤੇਰੀ ਇਹ ਪੀੜ੍ਹੀ ਨੇ ਪਾਪ ਕਰਨਾ ਸ਼ੁਰੂ ਕਰ ਦਿੱਤਾ ਉਸ ਦਿਨ ਰਾਜ ਖਤਮ ਹੋਵੇਗਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਬਚਨ ਇੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖੇ, ਕਹਿਣ ਲੱਗੇ ਉਹ ਜਿਹੜੇ ਵਰ ਦਿੱਤੇ ਸਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ, ਅਸੀਂ ਤੇ ਉਹ ਆਪਣੇ ਪਹਿਲੇ ਸਰੂਪ ਦੇ ਬਚਨ ਵਾਪਸ ਲੈਣ ਵਾਸਤੇ ਇਹ ਜਿਹੜਾ ਸਾਰਾ ਸਾਕਾ ਭਾਣਾ ਵਰਤਾਉਣ ਲੱਗੇ ਹਾਂ। ਕਿਉਂਕਿ ਇਸ ਹਿੰਦੁਸਤਾਨ ਦਾ ਰਾਜ ਸਾਡੇ ਵੱਡੇ ਸਤਿਗੁਰਾਂ ਤੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਬਾਬਰ ਬਾਦਸ਼ਾਹ ਨੇ ਮੰਗ ਕੇ ਆਪਣੀ ਝੋਲੀ ਵਿੱਚ ਪਵਾਇਆ ਸੀ ਕਿ ਮੈਨੂੰ ਹਿੰਦੁਸਤਾਨ ਦਾ ਰਾਜ ਦੇਣਾ ਕਰੋ। ਪਰ ਸਤਿਗੁਰਾਂ ਦਾ ਬਚਨ ਵੀ ਤੇ ਅਟਲ ਹੈ ਨਾ। ਹੁਣ ਗੁਰੂ ਨਾਨਕ ਸਾਹਿਬ ਦੇ ਮੁਖੋਂ ਨਿਕਲਿਆ ਹੋਵੇ ਬਚਨ ਤੇ ਉਹ ਨਿਸਫਲ ਥੋੜੀ ਜਾ ਸਕਦਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਸਾਡੇ ਵੱਡੇ ਸਤਿਗੁਰਾਂ ਦੇ ਜਿਹੜੇ ਬਚਨ ਨੇ ਉਹ ਅਟਲ ਨੇ, ਕਦੇ ਨਿਸਫਲ ਨਹੀਂ ਜਾਂਦੇ ਹਨ। ਕਹਿਣ ਲੱਗੇ ਵੀ ਜਿਵੇਂ ਹਨੇਰੀ ਜਿੰਨੀ ਮਰਜ਼ੀ ਆ ਜਾਵੇ, ਹਨੇਰ ਜਿੰਨਾ ਮਰਜ਼ੀ ਆ ਜਾਵੇ, ਤੂਫਾਨ ਆ ਜਾਵੇ, ਝੱਖੜ ਆ ਜਾਵੇ, ਜੋ ਮਰਜ਼ੀ ਭਾਵੇਂ ਭੁਚਾਲ ਹੀ ਕਿਉਂ ਨਾ ਆ ਜਾਵੇ, ਪਰ ਸਮੇਰ ਪਰਬਤ ਕਦੇ ਨਹੀਂ ਹਿਲਦਾ। ਵੱਡੀ ਤੋਂ ਵੱਡੀ ਹਨੇਰੀ ਦੇ ਨਾਲ ਕੰਧ ਕੋਠਾ ਡਿੱਗ ਸਕਦਾ, ਰੁੱਖ ਕੋਈ ਪਟਿਆ ਜਾ ਸਕਦਾ ਹੈ, ਕੋਈ ਨਿੱਕਾ ਮੋਟਾ ਦੁਨੀਆ ਦੇ ਨੁਕਸਾਨ ਤੇ ਹੋ ਸਕਦਾ ਹੈ, ਪਹਾੜੀਆਂ ਨਿੱਕੀਆਂ ਮੋਟੀਆਂ ਖਿਸਕ ਸਕਦੀਆਂ ਇੱਧਰ ਉੱਧਰ ਨੂੰ, ਪਰ ਬਹੁਤੀ ਹਨੇਰੀ ਜਿੰਨੀ ਮਰਜ਼ੀ ਆ ਜਾਵੇ ਸਮੇਰ ਪਰਬਤ ਨੂੰ ਕੁਝ ਨਹੀਂ ਕਰ ਸਕਦੀ, ਉਹ ਟਿਕਿਆ ਰਹਿੰਦਾ। ਤੇ ਗੁਰੂ ਨਾਨਕ ਸਾਹਿਬ ਦੇ ਬਚਨ ਸਮੇਰ ਪਰਬਤ ਦੇ ਵਾਂਗ ਨਿਰਹਲ ਨੇ, ਉਹਨਾਂ ਬਚਨਾਂ ਨੂੰ ਹਿਲਾ ਕੋਈ ਨਹੀਂ ਸਕਦਾ ਅਬਦੁਲ ਖਾਨ। ਉਹ ਬਚਨ ਐਸੇ ਗੁਰੂ ਨਾਨਕ ਪਾਤਸ਼ਾਹ ਨੇ ਆਖੇ ਹਨ। ਜਦੋਂ ਇਸ ਨੇ ਪੁਸ਼ਤਾਂ ਤੱਕ ਕੁੱਲਾਂ ਤੱਕ ਇਹਨੇ ਰਾਜ ਮੰਗਿਆ ਨਾ ਸਤਿਗੁਰਾਂ ਦੇ ਕੋਲੋਂ, ਮਹਾਰਾਜ ਪਹਿਲੇ ਸਰੂਪ ਦਾ ਬਚਨ ਦੱਸਦੇ ਪਏ, ਕਹਿਣ ਲੱਗੇ ਸਾਡੇ ਵੱਡਿਆਂ ਤੋਂ ਜਦੋਂ ਬਾਬਰ ਬਾਦਸ਼ਾਹ ਨੇ ਇਹ ਬਚਨ ਕੀਤਾ ਮਹਾਰਾਜ ਮੇਰੀਆਂ ਕੁੱਲਾਂ ਤੱਕ ਪੀੜ੍ਹੀਆਂ ਤੱਕ ਰਾਜ ਰਵੇ, ਜਦੋਂ ਇਸ ਨੇ ਰਾਜ ਮੰਗਿਆ ਹੈ ਉਸ ਵੇਲੇ ਕਿਰਪਾ ਦੇ ਖਜ਼ਾਨੇ ਮਹਾਰਾਜ ਸਾਹਿਬ ਜੀ ਸਾਹਿਬ ਗੁਰੂ ਨਾਨਕ ਦੇਵ ਜੀਆਂ ਨੇ ਇੱਕ ਬਚਨ ਆਖਿਆ ਸੀ। ਕਹਿਣ ਲੱਗੇ ਬਾਬਰ ਰਾਜ ਤੇ ਤੈਨੂੰ ਦੇ ਦਿੰਦੇ ਆ, ਪਰ ਇਹਦੇ ਵਿੱਚ ਇੱਕ ਬੜਾ ਬਚਨ ਹੈ ਜ਼ਰੂਰੀ ਚੇਤੇ ਰੱਖਣ ਵਾਲਾ।
ਉਹ ਬਚਨ ਅਸੀਂ ਤੈਨੂੰ ਕਹਿਣ ਲੱਗੇ, ਸਾਡੇ ਬਚਨ ਨੂੰ ਧਿਆਨ ਦੇ ਨਾਲ ਰੱਖਣਾ ਹੈ। ਕੁਲ ਮੈਂ ਜਬ ਹੋਏ ਧਨਿਆਏ, ਤੇਰੀ ਕੁਲ ਵਿੱਚ ਰਾਜ ਦਿੱਤਾ, ਇਹ ਤੈਨੂੰ ਬਚਨ ਦੇਤਾ ਵੀ ਰਾਜ ਤੇਰੀਆਂ ਪੀੜ੍ਹੀਆਂ ਵਿੱਚ ਰਹੇਗਾ, ਤੇਰੇ ਪੁੱਤਰ ਪੋਤਰੇ ਰਾਜ ਭਾਗ ਤੇ ਬੈਠਣਗੇ। ਪਰ ਕਿੰਨਾ ਚਿਰ ਬੈਠਣਗੇ? ਜਿੰਨਾ ਚਿਰ ਤੇਰੀ ਕੁਲ ਨਿਆਂ ਕਰਦੀ ਰਹੇਗੀ, ਗਰੀਬ ਗੁਰਬੇ ਦੀ ਫਰਿਆਦ ਸੁਣਦੀ ਰਹੇਗੀ ਨਾ, ਉਹਨਾਂ ਚਿਰ ਤੇਰਾ ਰਾਜ ਭਾਗ ਹਿਲਾ ਕੋਈ ਨਹੀਂ ਸਕਦਾ। ਬਾਬਰ ਤੋਂ ਬਾਅਦ ਵਿੱਚ ਹਿਮਾਯੂ ਤਖਤ ਤੇ ਬੈਠਾ, ਫਿਰ ਅਕਬਰ ਬੈਠਾ, ਅਕਬਰ ਤੋਂ ਬਾਅਦ ਵਿੱਚ ਜਹਾਂਗੀਰ ਤਖਤ ਤੇ ਬੈਠਾ। ਇਹ ਜਿੰਨੇ ਬਾਦਸ਼ਾਹ ਹੋਏ ਨਾ, ਗੁਰੂ ਘਰ ਦੇ ਨੇਮੀ ਤੇ ਪ੍ਰੇਮੀ ਰਹੇ। ਹਿਮਾਯੂ ਬਾਦਸ਼ਾਹ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਆਇਆ, ਅਕਬਰ ਬਾਦਸ਼ਾਹ ਜਿਹੜਾ ਸੀ ਉਹ ਗੁਰੂ ਅਮਰਦਾਸ ਪਾਤਸ਼ਾਹ ਦੀ ਸ਼ਰਨ ਵਿੱਚ ਆਇਆ, ਜਹਾਂਗੀਰ ਬਾਦਸ਼ਾਹ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਸ਼ਰਨ ਵਿੱਚ ਆਇਆ। ਸੋ ਇਹ ਜਿਹੜੇ ਬਾਦਸ਼ਾਹ ਸਨ ਗੁਰੂ ਘਰ ਨੂੰ ਮੰਨਦੇ ਰਹੇ। ਇਤਿਹਾਸ ਦੇ ਵਿੱਚ ਬਚਨ ਆਉਂਦਾ ਵੀ ਜਹਾਂਗੀਰ ਜਿਸ ਵੇਲੇ ਤਖਤ ਤੇ ਬੈਠਾ ਨਾ, ਤੇ ਇਸ ਨੇ ਆਪਣੇ ਕਿਲੇ ਦੇ ਬਾਰ-ਬਾਰ ਇੱਕ ਵੱਡਾ ਸਾਰਾ ਘੜਿਆਲ ਬੰਨ੍ਹ ਕੇ ਲਟਕਾਇਆ, ਵੱਡਾ ਘੰਟਾ ਉੱਚੀ ਆਵਾਜ਼ ਵਿੱਚ ਵੱਜਣ ਵਾਲਾ। ਇਸ ਨੇ ਸਾਰੇ ਢੰਡੋਰਾ ਪਿੱਟ ਦਿੱਤਾ ਹਿੰਦੁਸਤਾਨ ਦੇ ਵਿੱਚ। ਜੇ ਕਿਸੇ ਗਰੀਬ ਦੀ ਕੋਈ ਫਰਿਆਦ ਨਹੀਂ ਨਾ ਸੁਣਦਾ, ਮੇਰਾ ਸਿਪਾਹੀ ਜਾਂ ਕੋਈ ਮੇਰਾ ਵਜ਼ੀਰ ਜਾਂ ਕੋਈ ਮੇਰਾ ਨੌਕਰ, ਤੇ ਉਹ ਇਸ ਘੜਿਆਲ ਨੂੰ ਰਾਤ ਨੂੰ ਭਾਵੇਂ ਆ ਕੇ 12 ਵਜੇ ਵੀ ਕਿਉਂ ਨਾ ਵਜਾ ਦੇਵੇ, ਮੈਂ ਉਹਦੀ ਗੱਲ ਸੁਣਾਂਗਾ ਔਰ ਫੈਸਲਾ ਵੀ ਕਰਾਂਗਾ। ਹੁਣ ਬਾਦਸ਼ਾਹ ਦਾ ਹੁਕਮ ਸੁਣ ਕੇ ਲੋਕ ਡਰਦੇ ਵੀ ਨੇ ਵੀ ਜੇ ਅਸੀਂ ਵਾਧਾ ਘਾਟਾ ਕੋਈ ਕੀਤਾ ਤੇ ਬਾਦਸ਼ਾਹ ਕੋਲ ਸ਼ਿਕਾਇਤ ਲੱਗ ਜਾਣੀ। ਪਰ ਜਹਾਂਗੀਰ ਤੋਂ ਮਗਰੋਂ ਫਿਰ ਸ਼ਾਹਜਹਾਨ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਨਾਲ 4 ਜੰਗ ਕੀਤੇ ਤੇ ਵੈਰ ਪਾ ਲਿਆ। ਸ਼ਾਹਜਹਾਨ ਬਾਦਸ਼ਾਹ ਤੇ 4 ਜੰਗ ਕਰਕੇ ਰੁਕ ਗਿਆ ਤੇ ਪਿੱਛੇ ਹਟ ਗਿਆ। ਪਰ ਸ਼ਾਹਜਹਾਨ ਦਾ ਪੁੱਤਰ ਔਰੰਗਜ਼ੇਬ ਤਖਤ ਤੇ ਬੈਠਾ ਤੇ ਗੁਰੂ ਘਰ ਨਾਲ ਸਿੱਧਾ ਹੀ ਵੈਰ ਕਮਾਇਆ। ਇਸ ਨੇ ਫਿਰ ਜੋ ਇਹਦੇ ਮਨ ਵਿੱਚ ਆਇਆ, ਜਿੰਨਾ ਜ਼ੋਰ ਲੱਗਾ ਉਹ ਕੀਤਾ। ਤੇ ਲੋਕਾਂ ਦੇ ਨਾਲ ਵੀ ਨਿਆਂ ਕਰਦਾ, ਕਿਸੇ ਦਾ ਮੰਦਰ ਤੋੜ ਦੇਣਾ, ਕਿਸੇ ਦਾ ਘਰ ਤੋੜ ਦੇਣਾ, ਕਿਸੇ ਦਾ ਸਿਰ ਵੱਢ ਦੇਣਾ ਵੀ ਤੂੰ ਆਪਣਾ ਧਰਮ ਬਦਲ। ਇਹ ਅਨਿਆਂ ਹੀ ਹੈ ਨਾ, ਬਦੋ ਬਦੀ ਧੱਕੇ ਨਾਲ ਕਿਸੇ ਦਾ ਧਰਮ ਪਰਿਵਰਤ ਕਰਵਾਉਣਾ, ਜਾਂ ਕਿਸੇ ਨੂੰ ਮਾਰਨ ਦਾ ਡਰ ਦੇ ਕੇ ਉਹਦੇ ਕੋਲੋਂ ਮਾੜੇ ਕਰਮ ਕਰਵਾ ਦੇਣ। ਇਹ ਨਿਆਂ ਕਰਵਾਇਆ ਸਭ ਤੋਂ ਵੱਧ ਔਰੰਗਜ਼ੇਬ ਬਾਦਸ਼ਾਹ ਨੇ। ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਕਹਿਣ ਲੱਗੇ, ਜਿੰਨਾ ਚਿਰ ਤੇਰੀ ਕੁੱਲ ਨਿਆਂ ਕਰਦੀ ਰਹੇਗੀ ਦੁਨੀਆ ਦੇ ਨਾਲ, ਸਹੀ ਫੈਸਲੇ ਹੋਣਗੇ, ਉਹਨਾਂ ਚਿਰ ਰਾਜ ਭਾਗ ਤੇਰੀ ਕੁੱਲ ਵਿੱਚ ਰਹਿਣਾ ਹੈ। ਪੂਰੇ ਸੀਨਾ ਤਵੇ, ਤੇ ਜਦੋਂ ਤੁਸੀਂ ਇਨਸਾਫ ਨਹੀਂ ਨਾ ਕਰੋਗੇ, ਫਿਰ ਅਸੀਂ ਤੁਹਾਨੂੰ ਦੁਨੀਆ ਵਿੱਚ ਝੂਠੇ ਪਹਿਲਾਂ ਕਰਾਂਗੇ ਝੂਠੇ, ਤੇ ਫਿਰ ਆਪਣਾ ਰਾਜ ਵਾਲਾ ਦਿੱਤਾ ਹੋਇਆ ਬਚਨ ਅਸੀਂ ਵਾਪਸ ਲਵਾਂਗੇ। ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਚਨ ਕਹੇ ਸਨ ਬਾਬਰ ਬਾਦਸ਼ਾਹ, ਪਹਿਲਾਂ ਝੂਠਿਆ ਕਰਾਂਗੇ ਫਿਰ ਰਾਜ ਭਾਗ ਵਾਪਸ ਲਵਾਂਗੇ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਉਹੀ ਕੰਮ ਅਸੀਂ ਕਰਨ ਵਾਸਤੇ ਆਏ ਹਾਂ, ਇਸ ਨੂੰ ਝੂਠਿਆਂ ਕਰਨਾ ਦੁਨੀਆ ਦੇ ਸਾਹਮਣੇ, ਤੇ ਫਿਰ ਰਾਜ ਭਾਗ ਇਹਦਾ ਵਾਪਸ ਲੈਣਾ। ਇਸ ਵਾਸਤੇ ਅਸੀਂ ਦਿੱਲੀ ਪਹੁੰਚੇ ਹਾਂ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਹੁਣ ਇਹਨਾਂ ਨੇ ਨਾ ਦੁਨੀਆ ਨੂੰ ਕਸ਼ਟ ਦਿੱਤਾ, ਇਸ ਵੇਲੇ ਬਹੁਤ ਕਸ਼ਟ ਦਿੰਦੇ ਪਏ, ਇਹਨਾਂ ਨੇ ਕਿਸੇ ਨੂੰ ਦੁੱਖ ਦੇਣ ਤੋਂ ਛੱਡਿਆ ਨਹੀਂ ਹੈ। ਤੇ ਇਹ ਚਾਹੁੰਦੇ ਨੇ ਹਿੰਦੂਆਂ ਦੇ ਧਰਮ ਨੂੰ ਜਾਂ ਦੂਜੇ ਧਰਮਾਂ ਨੂੰ ਖਤਮ ਕਰਨ ਵਾਸਤੇ। ਔਰੰਗਜ਼ੇਬ ਬਾਦਸ਼ਾਹ ਇਹ ਚਾਹੁੰਦਾ ਵੀ ਧਰਮ ਜਿਹੜੇ ਨੇ ਤਰ੍ਹਾਂ ਤਰ੍ਹਾਂ ਦੇ ਖਤਮ ਹੋ ਜਾਣ, ਔਰ ਕੁਕਰਮ ਦੇ ਵਸ ਇਹਦੀ ਨੀਤੀ ਜਿਹੜੀ ਹੋ ਗਈ ਹੈ। ਇਹ ਐਸਾ ਜ਼ੁਲਮੀ ਬਾਦਸ਼ਾਹ, ਇਹਨੇ ਪਿੰਡਾਂ ਸਰਪੰਚਾਂ ਨੂੰ, ਪਿੰਡਾਂ ਦੇ ਜਿਹੜੇ ਨੰਬਰਦਾਰ ਸਨ ਨਾ ਚੌਧਰੀ, ਉਹਨਾਂ ਨੂੰ ਕਹਿਣਾ ਵੀ ਆਪਣੇ ਨਗਰ ਦੀਆਂ ਜਿਹੜੀਆਂ ਜਵਾਨ ਲੜਕੀਆਂ ਨੇ ਉਹਨਾਂ ਨੂੰ ਪਿੰਡ ਵਿੱਚੋਂ ਬਾਹਰ ਲੈ ਕੇ ਆਓ ਹਾਰ ਸ਼ਿੰਗਾਰ ਕਰਕੇ, ਅਤੇ ਫਿਰ ਵੇਖ ਕੇ ਤੇ ਉਹ ਜਿਹੜੀਆਂ ਚੰਗੀਆਂ ਲੱਗਣੀਆਂ ਉਹਨਾਂ ਨੂੰ ਲੈ ਜਾਣਾ। ਜਿਨ੍ਹਾਂ ਨੂੰ ਅੱਜ ਕਹਿੰਦੇ ਨੇ ਤੀਆਂ ਦੇ ਮੇਲੇ ਲੱਗਦੇ, ਉਹ ਇੱਕ ਸਾਡੇ ਵਿੱਚ ਪ੍ਰਥਾ ਬਣ ਗਈ ਵੀ ਤੀਆਂ ਦਾ ਮੇਲਾ ਲੱਗਦਾ, ਉੱਥੇ ਗਿੱਧਾ ਪੈਂਦਾ, ਉੱਥੇ ਹਾਰ ਸ਼ਿੰਗਾਰ ਹੁੰਦੇ ਨੇ, ਸਭ ਕੁਝ। ਇਹ ਔਰੰਗਜ਼ੇਬ ਦੀ ਸਾਰੀ ਕਰਤੂਤ ਹੈ ਵੀ ਆਪਣੇ ਨਗਰ ਦੀਆਂ ਲੜਕੀਆਂ ਨੂੰ ਇਕੱਠੇ ਕਰਕੇ ਬਾਹਰ ਨਚਾਇਆ ਜਾਵੇ, ਮੇਲਾ ਲਵਾਇਆ ਜਾਵੇ। ਉਸ ਮੇਲੇ ਨੂੰ ਫਿਰ ਆਪ ਇਸ ਨੇ ਵੇਖਣਾ, ਤੇ ਜਿਹੜੀਆਂ ਇਸ ਨੂੰ ਲੜਕੀਆਂ ਖੂਬਸੂਰਤ ਲੱਗਣੀਆਂ ਉਹਨਾਂ ਨੂੰ ਚੁੱਕੇ ਨਾਲ ਹੀ ਲੈ ਜਾਣਾ। ਇਹ ਪ੍ਰਥਾ ਇਸ ਦੁਸ਼ਟ ਬਾਦਸ਼ਾਹ ਨੇ ਚਲਾਈ, ਜਿਹੜੀ ਕਿ ਅੱਜ ਇੱਕ ਤਿਉਹਾਰ ਬਣ ਗਈ, ਇੱਕ ਮੇਲਾ ਬਣ ਗਈ ਹੈ। ਪਰ ਉਸ ਵੇਲੇ ਇਹ ਬਹੁਤ ਵੱਡੀ ਇੱਕ ਸਜ਼ਾ ਸਮਝੀ ਜਾਂਦੀ ਕਿ ਉਹ ਬਚਨ ਮੰਨਣਾ ਹੀ ਪੈਂਦਾ ਸੀ ਬਾਦਸ਼ਾਹ ਦਾ। ਜੇ ਕੋਈ ਨਾ ਜਾਂਦਾ ਉਹਦੇ ਪਰਿਵਾਰ ਨੂੰ ਕਤਲ ਕੀਤਾ ਜਾਂਦਾ, ਦੁੱਖ ਦਿੱਤਾ ਜਾਂਦਾ। ਇਸ ਕਰਕੇ ਪਰਿਵਾਰ ਨੂੰ ਬਚਾਉਣ ਵਾਸਤੇ ਤੇ ਘਰ ਦੇ ਮੈਂਬਰਾਂ ਨੇ ਆਪਣੀਆਂ ਲੜਕੀਆਂ ਨੂੰ ਬਾਹਰ ਭੇਜਣਾ ਕਿ ਜਾਓ, ਜਾ ਕੇ ਤੁਸੀਂ ਉੱਥੇ ਨੱਚ ਕੇ ਨਾਚ ਕਰਕੇ ਆਓ, ਅਤੇ ਸਾਡੇ ਤੇ ਬਾਦਸ਼ਾਹ ਕਰੁਪਤ ਨਾ ਹੋ ਜਾਵੇ, ਕ੍ਰੋਧ ਨਾ ਕਰ ਦੇਵੇ।
सो इहो जिहा जुलमी बादशाह है। गुरु नानक देव पातशाह कहन लगे, कहंदे भाई बचन ये है इसने इस वेले दुनिया नूं दुख दिता है, जिहदी मर्जी बहु बेटी नूं चुक के लै जांदा है, चुकवा दिंदा है। इहदे वजीर भी इहो जिहे अजाश ने जिहड़े अजाशियां करदे पए और दुनिया दे धर्म तोड़ तोड़ के केवल कल्ले मुसलमान करन दी इच्छा रखदा है। इस करके इहनूं झूठियां करके इहदा राज भाग खोण वास्ते असीं दिल्ली विच आए हां। अनेक मतन के ते फिर इसने कला ये नहीं भी धर्म तोड़िया, इसने कई मतां दे संत भी शहीद कर दिते। भावें वो संत साधु हिंदू धर्म का वो भी कतल किया, भावें वो जैनी जां बोधी है वो भी कतल किया, भावें वो साधु संत मुसलमान धर्म का वो भी इन्हें कतल किया। सरमद नाम का फकीर होया मुसलमान धर्म दे विच, बड़ी किरपा है इहदे ते। आपां कह लईए भी खुदा नूं मिलिया होया ये संत सी, सरमद इहदा नाम है। इस दुष्ट बादशाह ने अपने धर्म के संत नूं भी कतल कर लग्या टाइम नहीं लाया, झाटी हुक्म दे के कतल करवाया। तो गुरु तेग बहादुर पातशाह आखदे, कहन लगे पता नहीं किन्ने को इसने साधु संत रब दे प्यारे भगत कतल करवाए ने, उहदी सज़ा इसनूं प्राप्त होनी है। इसने कईयां दे प्राण नाश किते, कल्ले साधु संतां दे ने। पिछे आपां इतिहास विच बचन सरवण कीता है, सोफी मत दे साधु सन जिहड़े कि भंग पी के ते कहिंदे सन साडी समाधि लगी है, तो उच्ची उच्ची आवाज़ विच ओह गाया करदे ते झूमिया करदे। बादशाह औरंगजेब कहिंदा भी ये पखंड करदे ने, इन्हां दी कोई समाधि नहीं लगदी, जान बुझ के करदे। जे इन्हां दी वाकिया समाधि लगदी है फिर इन्हां नूं मौत तो डर नहीं होना चाहिए। की कीता गया, उन्हां दी परख करन वास्ते ना उच्चे टिब्बे ते उन्हां दा एक स्थान बनाया गया, उत्थे उन्हां नूं बिठाया गया। कहन लगा इत्थे उच्चे टिब्बे ते बैठ के झूमो, ते थल्ले नूं ढलान इहो जी बना दित्ती भी जे एक भी उत्तों थल्ले डिग पिया ते थल्ले आके मर जावे। थल्ले बड़े बड़े लकड़ां दे ढेर लवा के ते अग लवा दित्ती, उत्तों झूमेगा, जे ये डिग पिया ते थल्ले आके अग विच सड़ेगा ते मर जाएगा। ऐसियां परखां इस औरंगजेब ने कीतियां साधु संतां दियां, उन्हां नूं उत्तों टिब्बियां तो सुट सुट के थल्ले ते कतल करवाया। ਜਿਹੜੀਆਂ ਵੇਸਵਾ ਸਨ ਦਿੱਲੀ ਦੇ ਵਿੱਚ, ਉਹਨਾਂ ਦੇ ਬੇੜੀਆਂ ਭਰ ਭਰ ਕੇ ਆਖਿਆ ਵੀ ਚਲੋ ਸਾਰੀ ਜਣੀਆਂ ਬੇੜੀਆਂ 'ਚ ਬੈਠ ਚੱਲੋ, ਤੁਹਾਨੂੰ ਸੈਰ ਕਰਵਾਉਣੀ ਹੈ। ਉਹਨਾਂ ਬੇੜੀਆਂ ਨੂੰ ਭਰੀਆਂ ਨੂੰ ਲਿਜਾ ਕੇ ਜਮਨਾ ਦੇ ਵਿਚਕਾਰ ਜਾ ਕੇ ਮੁੱਧੀਆਂ ਕਰ ਦਿੱਤੀਆਂ, ਉਲਟੀਆਂ ਕਰ ਦਿੱਤੀਆਂ। ਸਾਰੀਆਂ ਦੀਆਂ ਸਾਰੀਆਂ ਵੇਸਵਾ ਚੁੱਕ ਕੇ ਜਮਨਾ ਪਾਣੀ ਵਿੱਚ ਡੋਬ ਕੇ ਇਸ ਔਰੰਗਜ਼ੇਬ ਨੇ ਕਹਿ ਕੇ ਮਰਵਾਈਆਂ। ਇਹੋ ਜਿਹਾ ਇਹ ਪਾਪੀ ਬਾਦਸ਼ਾਹ ਹੈ, ਨਾ ਇਹਨੇ ਕੋਈ ਸਾਧੂ ਛੱਡਿਆ, वेसवा कतल कीतियां, इस तरह धर्म नूं कतल किया, मंदिर तोड़े, मूर्तियां तोड़ियां, जिहड़ा भी कोई रब दा नाम लैण वाला छड्डिया कोई नहीं। आपां कह सकते कि पाप की इंतहा ही हो गई, पाप की अखीर हो गई जिहड़ा इस औरंगजेब बादशाह ने किया है। ते कहन लगे इस तरह मुसलमान शरीर के जिहड़े साधु सन, संत सन, क्योंकि संत तो किसी भी धर्म का हो सकता है ना, जिहड़े मुसलमान धर्म के संत सन, पीर फकीर, उन्होंने भी इसने कतल किया है। ते कहन लगे भी फिर कष्ट दे दे के, सरमद का आपां हुणे इतिहास सरवण किया है ना, मान लो किसी बंदे ने कोई गुनाह किया जां गुनाह नहीं किया, सरकार की नज़र में भी इन्हें गुनाह किया तो उन्होंने सज़ा जिहड़ी है वो जिहड़ा है उस समय का जज दिंदा। पर औरंगजेब ने आख्या इस साधु नूं नंगिया करके जेल में रखना, ये सारे कपड़े उतारो, नंगा करके जेल में पाओ, ये अपनिया नज़रों में आप ही डिग जाए, इन्ना इन्ना ये लज्जत होवे, इसनूं शर्म आवे भी मैं नंगा होके जेल में बैठा। इहो जिहियां सजावां इसने वो सरमद वर्गे फकीर नूं नंगिया करके जेल में बिठा छड्डिया ते फिर उसनूं कतल करवाया। इत्थे सतगुरु कह रहे, कहन लगे बड़े बड़े साधुआं नूं इसने कष्ट दे दे के, तसीहे दे दे के मारिया है। क्योंकि ये गुरु नानक साहब के बचन सन इन्हां नूं भी तुहाडा राज भाग बड़ा वड्डा होवेगा, नहीं तो जिन्ने ने पाप कीते हुणों ते मलिया मेट हो जांदा। ये गुरु नानक साहब के बचनों का इसने गलत फायदा चुकया है, गलत काम किए हैं ते तां इनू कोई मार नहीं सकिया। अब्दुल खान ने हाथ जोड़ के पूछया, कहन लगा महाराज ठीक है भी इन्हें पाप किते, की गल इनू किसी का शराफ नहीं लगा, इनू नहीं किसी की बदवा लगी, किसी ने आख्या होवे भी तू मर जा जां तेरा राज मुक जावे, इन्ने लोगों नूं इन्हें कतल किया, इन्ने संतां नूं कतल किया, उन्हां दा शराफ नहीं लगा। महाराज कहन लगे कारण ये सी
ਇਹਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਬਚਨ ਸਨ ਇਹਨਾਂ ਦੇ ਵੱਡੇ ਵਡੇਰਿਆਂ ਨੂੰ ਕਿ ਰਾਜ ਭਾਗ ਤੁਹਾਡੀ ਕੁੱਲ ਵਿੱਚ ਰਹਿਣਾ ਹੈ। ਉਹ ਗੁਰੂ ਨਾਨਕ ਸਾਹਿਬ ਦੇ ਬਰਕਤ ਵਾਲੇ ਬਚਨਾਂ ਦੇ ਨਾਲ ਇਹਨੂੰ ਕਿਸੇ ਦਾ ਸ਼ਰਾਪ ਨਹੀਂ ਲੱਗਾ, ਤਾਂ ਇਹ ਇੱਥੋਂ ਤੱਕ ਰਾਜ ਭਾਗ ਤੇ ਬੈਠਾ ਹੈ। ਤੁਰ ਕਰ ਬਿੰਦ ਬਨੇ ਤੋ ਜਿੰਨੇ ਵੀ ਹਿੰਦੂ ਨੇ, ਜਿੰਨੇ ਵੀ ਮੁਸਲਮਾਨ ਔਰ ਜਿੰਨੇ ਵੀ ਹੋਰ ਲੋਕ ਹਨ, ਤਨ ਦੁਖਦ ਜਥਾ ਨਿਸਕਿ ਜਿਵੇਂ ਕਮਲ ਦੇ ਫੁੱਲ ਨੂੰ, ਜਿਵੇਂ ਚੰਦਰਮਾ ਨੂੰ ਵੇਖ ਕੇ ਕਮਲ ਦਾ ਫੁੱਲ ਦੁਖੀ ਹੋ ਜਾਂਦਾ, ਕਿਉਂਕਿ ਚੰਦਰਮਾ ਨੂੰ ਵੇਖ ਕੇ ਕਮਲ ਦਾ ਫੁੱਲ ਮੁਰਝਾ ਜਾਂਦਾ। ਇਹ ਦੁੱਖ ਹੀ ਹੈ ਨਾ, ਜੇ ਖਿੜ ਜਾਵੇ ਤੇ ਖੁਸ਼ੀ ਹੈ, ਮੁਰਝਾ ਜਾਵੇ ਤੇ ਦੁੱਖ ਹੈ। ਕਹਿਣ ਲੱਗੇ ਜਿਵੇਂ ਚੰਦਰਮਾ ਨੂੰ ਵੇਖ ਕੇ ਕਮਲ ਦਾ ਫੁੱਲ ਮੁਰਝਾ ਜਾਂਦਾ ਹੈ, ਇਸੇ ਤਰ੍ਹਾਂ ਇਹ ਜਿਹੜਾ ਬਾਦਸ਼ਾਹ ਔਰੰਗਜ਼ੇਬ ਹੈ ਨਾ, ਇਹ ਤੇ ਉਸ ਕਮਲ ਦੇ ਫੁੱਲ ਵਾਂਗ ਦੁਖੀ ਹੈ। ਇਹ ਸਾਧੂ ਸੰਤਾਂ ਨੂੰ ਵੇਖ ਕੇ ਦੁਖੀ ਹੋ ਜਾਂਦਾ, ਐਸਾ ਇਹ ਦੁੱਖ ਮਨਾਉਂਦਾ ਹੈ। ਸਿਰ ਕੋ ਇਸ ਕਰ ਅਪਰਾਧੀ ਤੇ ਸਤਿਗੁਰੂ ਪਾਤਸ਼ਾਹ ਹੁਣ ਅਸੀਂ ਆਪਣਾ ਸੀਸ ਦੇਵਾਂਗੇ। ਅਬਦੁਲ ਖਾਨ ਨੇ ਪੁੱਛਿਆ ਮਹਾਰਾਜ ਫਿਰ ਅੱਗੇ ਕੀ ਕਰਨਾ? ਤੇ ਪਾਤਸ਼ਾਹ ਕਹਿੰਦੇ ਅਬਦੁਲ ਖਾਨ ਹੁਣ ਅਸੀਂ ਆਪਣਾ ਸੀਸ ਇੱਥੇ ਦੇਣ ਵਾਸਤੇ ਦਿੱਲੀ ਆਏ ਆ, ਹੁਣ ਅਸੀਂ ਆਪਣਾ ਸੀਸ ਇੱਥੇ ਕੁਰਬਾਨ ਕਰਾਂਗੇ। ਅਤਿ ਸਕਲ ਜਗ ਕੀ ਜਿਮ ਇਹ ਜਿਹੜਾ ਸਾਰੀ ਦੁਨੀਆ ਨੂੰ ਦੁੱਖ ਦੇਈ ਬੈਠਾ ਨਾ, ਇਹ ਦੁੱਖ ਦੇਣ ਵਾਲਾ ਬਾਦਸ਼ਾਹ, ਇਹਨੂੰ ਹੁਣ ਖਤਮ ਕਰਾਂਗੇ। ਜਾਂ ਇਸ ਤਰ੍ਹਾਂ ਕਹਿ ਲਈਏ ਇਹ ਸਾਰੀ ਦੁਨੀਆ ਵਾਸਤੇ ਇਹ ਜਿਹੜਾ ਬਿਮਾਰੀ ਬਣਿਆ ਹੋਇਆ ਨਾ ਬਾਦਸ਼ਾਹ, ਇਹਦਾ ਰਾਜ ਭਾਗ ਮਕਾਉਣ ਵਾਸਤੇ ਹੁਣ ਅਸੀਂ ਆਪਣੀ ਕੁਰਬਾਨੀ ਦੇਣੀ ਹੈ, ਆਪਣੀ ਸ਼ਹੀਦੀ ਦੇਣੀ ਹੈ, ਤਾਂ ਇਹਦਾ ਰਾਜ ਭਾਗ ਖਤਮ ਹੋਣਾ। ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਜਿਸ ਦਿਨ ਕਤਲ ਕੀਤਾ ਗਿਆ ਨਾ, ਦੁਪਹਿਰ ਦੇ ਸਮੇਂ, ਤੇ ਕਹਿਣ ਲੱਗੇ ਮਹਾਰਾਜ ਦੀ ਸ਼ਹੀਦੀ ਹੁੰਦਿਆਂ ਨਾਲ ਇੰਨਾ ਭਿਆਨਕ ਤੂਫਾਨ ਆਇਆ ਦਿੱਲੀ ਦੀ ਧਰਤੀ ਤੇ, ਬਾਦਸ਼ਾਹ ਔਰੰਗਜ਼ੇਬ ਇੰਨਾ ਡਰਿਆ, ਉਸ ਰਾਤ ਦਿੱਲੀ ਵਿੱਚ ਨਹੀਂ ਸੀ ਸੌਂ ਸਕਿਆ। ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਛੇਤੀ ਦਿੱਲੀ ਨੂੰ ਛੱਡ ਕੇ ਬਾਹਰ ਨਿਕਲੀਏ, ਮੈਨੂੰ ਡਰ ਆਉਂਦਾ ਪਿਆ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਦਿੱਲੀ ਜਿਹੜੀ ਹੈ ਪਤਾਲ ਦੇ ਵਿੱਚ ਗਰਕ ਹੋ ਚੱਲੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਤੋਂ ਮਗਰੋਂ ਇਹ ਬਾਅਦ ਵਿੱਚ ਦਿੱਲੀ ਆ ਹੀ ਨਹੀਂ ਸਕਿਆ। ਜਿਉਂ ਦਿੱਲੀ ਛੱਡੀ ਹੈ ਔਰੰਗਾਬਾਦ ਜਾ ਕੇ ਕਿਤੇ ਮਰ ਖੱਪ ਗਿਆ, ਵਾਪਸ ਨਹੀਂ ਆਇਆ। ਇਹਦੇ ਰਾਜ ਭਾਗ ਦਾ ਇਸ ਤਰ੍ਹਾਂ ਅੰਤ ਹੁੰਦਾ ਆ ਗਿਆ। ਇੱਥੇ ਬਚਨ ਆ ਗਿਆ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਸੀਂ ਆਪਣਾ ਸੀਸ ਦੇਵਾਂਗੇ। ਕਾਹਦੇ ਵਾਸਤੇ? ਇਹਨੂੰ ਮੁਕਾਉਣ ਵਾਸਤੇ ਆਪਣਾ ਸੀਸ ਦੇ ਕੇ ਇਸ ਦੁਨੀਆ ਨੂੰ ਦੁੱਖ ਦੇਣ ਵਾਲੇ ਬਾਦਸ਼ਾਹ ਨੂੰ ਅਸੀਂ ਮੁਕਾ ਦੇਣਾ ਹੈ। ਭਾਵ ਸਹਿਜ ਤੋਂ ਬਿਆਨਾ ਤੇ ਸਤਿਗੁਰੂ ਪਾਤਸ਼ਾਹ ਅਬਦੁਲ ਖਾਨ ਨੂੰ ਕਹਿੰਦੇ ਬਚਨ ਅਸੀਂ ਕਿਸੇ ਨੂੰ ਦੱਸਿਆ ਨਹੀਂ ਅਬਦੁਲ ਖਾਨ, ਇਹ ਕੇਵਲ ਤੈਨੂੰ ਦੱਸਿਆ। ਕਿਉਂ? ਕਿਉਂਕਿ ਤੇਰੀ ਸ਼ਰਧਾ ਵੇਖੀ ਹੈ। ਤੂੰ ਆਖਿਆ ਨਾ ਮਹਾਰਾਜ ਮੈਂ ਜੇਲ੍ਹ ਦਾ ਦਰਵਾਜ਼ਾ ਖੋਲ੍ਹਿਆ ਤੇ ਚਲੋ ਭੱਜ ਚੱਲੀਏ, ਇਹ ਤੇਰੀ ਸ਼ਰਧਾ ਸਾਡੇ ਉੱਪਰ, ਇਸ ਕਰਕੇ ਤੈਨੂੰ ਇਹ ਆਉਣ ਵਾਲੇ ਸਮੇਂ ਦੇ ਬਚਨ ਦੱਸੇ ਹਨ। ਆਪ ਮਰਮ ਕੀ ਪੀਰ ਬਖਾਮ ਇਹ ਬੜੀ ਭੇਦ ਦੀ ਗੱਲ ਹੈ ਜਿਹੜੀ ਤੈਨੂੰ ਦੱਸੀ ਹੈ, ਪਰ ਇੱਕ ਬਚਨ ਨਾਲ ਧਿਆਨ ਰੱਖ ਵੀ ਇਹ ਗੱਲ ਕਿਸੇ ਨੂੰ ਗਾਂ ਦੱਸਣੀ ਨਹੀਂ। ਇਹ ਨਾ ਹੋਵੇ ਤੂੰ ਜਾ ਕੇ ਸਾਰੇ ਸ਼ਹਿਰ ਵਿੱਚ ਰੌਲਾ ਪਾ ਦੇਵੇਂ ਵੀ ਮਹਾਰਾਜ ਨੇ ਮੈਨੂੰ ਇਹ ਦੱਸ ਦਿੱਤਾ। ਇਹ ਗੁੱਝੀਆਂ ਗੱਲਾਂ ਹੁੰਦੀਆਂ, ਸਮਾਂ ਆਵੇਗਾ ਤੇ ਆਪੇ ਪਤਾ ਲੱਗ ਜਾਣੀਆਂ, ਪਰ ਤੂੰ ਇਹ ਕਿਸੇ ਨੂੰ ਗੱਲ ਦੱਸੀ ਨਾ, ਸਮੇਂ ਤੇ ਗੱਲ ਪਤਾ ਲੱਗੇ। ਗੁਰੂ ਤੇਗ ਬਹਾਦਰ ਪਾਤਸ਼ਾਹ ਹੋਰ ਕੀ ਕਹਿਣਗੇ ਆਉਣ ਵਾਲੇ ਸਮੇਂ ਬਾਰੇ, ਜਾਂ ਇਹ ਅਬਦੁਲ ਖਾਨ ਹੋਰ ਕੀ ਆਖੇਗਾ, ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ ਲੇਖਾ ਕਤਹਿ ਨ ਛੁਟੀਐ, ਖਿਨ ਖਿਨ ਭੂਲਨ ਹਾਰ, ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰੇ ਉਤਾਰ। ਵਾਹਿਗੁਰੂ ਜੀ ਕਾ ਖਾਲਸਾ।